तीर तीर मत सागर जोगी जंगम ध्यान धरे। गावै इंद्राद भगत प्रहलाद आत्म रस जिन माणियो। कब कल सो जस गावो गुरु नानक राज जोग जिन माणियो। वाहिगुरु साहिब जी बसंत महला पहला अष्टपदियां। कर पहला दो तुकिया एक ओंकार सतगुर प्रसाद। सर्ब उपाय गुरु सिर मोर। भगत करूं पग लागो तोर। सर्ब उपाय गुरु सिर मोर। भगत करूं पग लागो तोर। नाम रतो चाहूं तुझे और। नाम दुराए चलै सो चोर। पत खोई बिख अंचल पाए। साच नाम रतो पत स्यों घर जाए। जो किस कीन प्रभ रजाए। तै मानै निरभौ मेरी माए। कामन चाहै सुंदर भोग। पान फूल मीठे रस रोग। खीलै बिकसै ते तो सोग। प्रभ शरणागत कीन सोग। कापड़ पहरस अदक शिंगार। माटी फूली रूप बेकार। आशा मनसा बांधो बार। नाम बिना सुना घर बार। गाछो पुत्री राजकुआर। नाम पढ़ो सच दोत सवार। प्रियो सेव प्रभ प्रेम आधार। गुर शब्दी बिख त्यास निवार। मोहन मोहे लिया मन मोहे। मोहन मोह लिया मन मोहे। गुर कै शब्द पछाना तो है। नानक ठाडे चाहे प्रभु द्वार। तेरे नाम संतोखे कृपा तार। मोहन मोह लिया मन मोहे। गुर का शब्द पछाना तो है। नानक ठाडे चाहे प्रभु द्वार। तेरे नाम संतोखे
ਕਿਰਪਾ ਧਾਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਪਵਿੱਤਰ ਸ਼ਬਦ ਜੋ ਅਸ਼ਟਪਦੀ ਦੇ ਰੂਪ ਅੰਦਰ ਹੈ, ਤਿਸ ਦੇ ਦੋ ਬੰਦਾਂ ਦੀ ਅਤੇ ਰਹਾਉ ਵਾਲੀ ਤੁਕ ਦੀ ਵਿਚਾਰ ਮਾਨਯੋਗ ਸਨਮਾਨਯੋਗ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਯੂਕੇ ਵਾਲਿਆਂ ਨੇ ਕੱਲ ਆਪ ਜੀ ਨੂੰ ਸਰਵਣ ਕਰਾਈ ਸੀ। ਅਗਲੇ 6 ਪਦਿਆਂ ਦੀ ਵਿਚਾਰ ਆਪ ਜੀ ਨੂੰ ਮਾਨਯੋਗ ਸਨਮਾਨਯੋਗ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਪੰਥ ਦੇ ਮਹਾਨ ਵਿਦਵਾਨ ਆਪ ਜੀ ਨੂੰ ਸਰਵਣ ਕਰਾਉਣਗੇ। ਗੁਰੂ ਪਿਆਰੀ ਸਾਧ ਸੰਗਤ ਜੀ, ਸੰਤ ਬਾਬਾ ਬਚਨ ਸਿੰਘ ਜੀ ਮਹਾਂਪੁਰਖ ਕਾਰ ਸੇਵਾ ਵਾਲੇ ਬੇਅੰਤ ਗੁਰਦੁਆਰਿਆਂ ਦੀ ਸੇਵਾ ਕਰਵਾ ਰਹੇ ਨੇ। ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਵੀ ਮਹਾਂਪੁਰਖਾਂ ਵੱਲੋਂ ਚੱਲ ਰਹੀ ਹੈ। ਇਹ ਸੇਵਾ ਦੇ ਅੰਦਰ ਆਪਣਾ ਹਿੱਸਾ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਚੌਂਕ ਮਹਿਤਾ ਵਾਲਿਆਂ ਵੱਲੋਂ ਇਸ ਪਾਵਨ ਸਥਾਨ ਤੇ ਚੁਗਿਰਦੇ ਹਰਿਆਵਲ ਦੀ ਸੇਵਾ ਚੱਲ ਰਹੀ ਹੈ। ਇਹ ਸੇਵਾ ਅੰਦਰ ਵੀ ਆਪਣਾ ਹਿੱਸਾ ਪਾ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਹਰ ਐਤਵਾਰ ਗੁਰਦੁਆਰਾ ਬੰਗਲਾ ਸਾਹਿਬ ਇਸ ਪਾਵਨ ਸਥਾਨ ਤੇ 11 ਵਜੇ ਅੰਮ੍ਰਿਤ ਸੰਚਾਰ ਹੁੰਦਾ ਹੈ। ਜਿਹੜੇ ਅਜੇ ਗੁਰੂ ਵਾਲੇ ਨਹੀਂ ਬਣੇ, ਬੇਨਤੀ ਹੈ ਖੰਡੇ ਦੀ ਪਹੁਲ ਲੈ ਕੇ ਗੁਰੂ ਵਾਲੇ ਬਣਨਾ ਕਰੋ। ਹਰ ਬੁੱਧਵਾਰ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ 11 ਵਜੇ ਅੰਮ੍ਰਿਤ ਸੰਚਾਰ ਹੁੰਦਾ ਹੈ। ਆਪ ਜੀ ਉੱਥੇ ਜਾ ਕੇ ਵੀ ਖੰਡੇ ਕੀ ਪਹੁਲ ਲੈ ਕੇ ਗੁਰੂ ਵਾਲੇ ਬਣ ਸਕਦੇ ਹੋ। ਆਪ ਜਦੋਂ ਵੀ ਕਿਸੇ ਧਰਮ ਸਥਾਨ ਦੀ ਯਾਤਰਾ ਤੇ ਜਾਂਦੇ ਹੋ ਤੇ ਬੇਨਤੀ ਹੈ ਕਿ ਧਰਮ ਸਥਾਨ ਦੀ ਪਵਿੱਤਰਤਾ ਨੂੰ, ਉਹਦੀ ਸਾਫ ਸਫਾਈ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੇ ਖਾਲੀ ਡੂਨੇ ਆਦਿਕ ਨੇ, ਪੱਤਲ ਆਦਿਕ ਨੇ, ਉਹ ਇੱਧਰ ਉੱਧਰ ਨਾ ਸੁੱਟੇ ਜਾਣ, ਉਹਨਾਂ ਨੂੰ ਡਸਟਬਿਨ ਵਿੱਚ ਹੀ ਪਾਇਆ ਜਾਏ ਤਾਂ ਕਿ ਗੁਰਦੁਆਰਾ ਸਾਹਿਬ ਜੀ ਦੀ ਸਾਫ ਸਫਾਈ ਬਰਕਰਾਰ ਰੱਖੀ ਜਾਏ। ਆਓ ਅਗਲੇ ਸਮੇਂ ਲਈ ਪੰਥ ਦੇ ਮਹਾਨ ਵਿਦਵਾਨ ਮਾਨਯੋਗ ਸਤਿਕਾਰਯੋਗ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ ਯੂਕੇ ਵਾਲੇ ਆਪ ਜੀ ਨੂੰ ਗੁਰਬਾਣੀ ਕਥਾ ਵਿਚਾਰ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲਿਓ ਚਰਾਗ ਅੰਧਿਆਰ ਮਹਿ, ਬੋਲਿਓ ਚਰਾਗ ਅੰਧਿਆਰ ਮਹਿ, ਸਭ ਕਾਲੂ ਉਧਾਰੀ। ਇਕ ਨਾਮ ਧਰਮ ਪ੍ਰਗਟ ਸਕਲ ਹਰਿ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਜਨ ਨਾਨਕ ਗੁਰ ਪਾਰ ਬ੍ਰਹਮ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ। ਇਹ ਭੀਤਰ ਤੇ ਇਨ ਕੋ ਡਾਰੋ, ਆਪਨ ਨਿਕਟ ਬੁਲਾਵੋ। ਆਪਨ ਨਿਕਟ ਬੁਲਾਵੋ, ਆਪਣੀ ਵਿਧ ਆਪ ਜਨਾਵੋ। ਹਰਿ ਜਨ ਮੰਗਲ ਗਾਵੋ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ। ਇਨ ਤੇ ਆਪ ਛਡਾਵੋ। ਇਨ ਤੇ ਇਨ ਤੇ ਆਪ ਛਡਾਵੋ।
ਇਨ ਤੇ ਆਪ ਛਡਾਵੋ, ਇਨ ਤੇ ਕਾਮ ਕ੍ਰੋਧ ਲੋਭ ਝੂਠ ਨਿੰਦਾ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਕਾਮ ਇਨ ਤੇ ਆਪ ਛਡਾਵੋ, ਇਨ ਤੇ ਆਪ ਛਡਾਵੋ, ਇਨ ਤੇ ਸਤਿਗੁਰੂ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਜਗ ਦੀ ਜੋਤ, ਛਤਰ ਚਬਰ ਤਖਤ ਦੇ ਮਾਲਕ ਹਜ਼ੂਰ, ਲੋਕ ਅਤੇ ਪਰਲੋਕ ਦੇ ਸੁੱਖਾਂ ਦੇ ਦਾਤੇ ਸਤਿਗੁਰੂ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਬਾਬਾ ਜੀ ਦੇ ਅਤੀ ਪਿਆਰ ਵਿੱਚ, ਸਤਿਕਾਰ ਦੇ ਵਿੱਚ ਜਿਤਨੇ ਵੀ ਗੁਰਸਿੱਖ ਮਾਈ ਭਾਈ ਸਮੇਂ ਅਨੁਸਾਰ ਆਣ ਜੁੜ ਬੈਠੇ ਹੋ, ਅਥਵਾ ਟੈਲੀਵਿਜ਼ਨ ਦੇ ਰਾਹੀਂ ਆਪੋ ਆਪਣੀ ਥਾਈਂ ਜੁੜੇ ਹੋਏ ਹੋ, ਸਭਨਾਂ ਨੂੰ ਵੀ ਆਇਆ। ਗੁਰੂ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਰਾਗੀ ਸਿੰਘ ਜੀ ਬਹੁਤ ਪਿਆਰ ਦੇ ਨਾਲ ਆਸਾ ਕੀ ਵਾਰ ਅਤੇ ਹੋਰ ਸ਼ਬਦਾਂ ਦਾ ਕੀਰਤਨ ਸਾਨੂੰ ਸਰਵਣ ਕਰਵਾ ਰਹੇ ਸਨ। ਔਰ ਸਮੇਂ ਅਨੁਸਾਰ ਲੜੀਵਾਰ ਜੋ ਵਿਚਾਰ ਚੱਲ ਰਹੀ ਹੈ, ਅੱਗੇ ਤੋਰਨ ਵਾਸਤੇ ਮਾਣਯੋਗ ਹੈਡ ਗ੍ਰੰਥੀ ਸਾਹਿਬ ਭਾਈ ਸਾਹਿਬ ਗਿਆਨੀ ਬਚਿੱਤਰ ਸਿੰਘ ਜੀ ਹੋਰਾਂ ਨੇ ਸੁੰਦਰ ਢੰਗ ਦੇ ਨਾਲ ਸਾਹਿਬ ਜੀ ਦਾ ਪਵਿੱਤਰ ਬਚਨ ਸਾਨੂੰ ਸਰਵਣ ਕਰਵਾਇਆ ਹੈ। ਜਿਵੇਂ ਕਿ ਆਪ ਜੀ ਨੂੰ ਮਾਲੂਮ ਹੈ, ਇਹ ਲੰਬੇਰਾ ਸ਼ਬਦ ਹੈ, ਅਸ਼ਟਪਦੀ ਰੂਪ ਦੇ ਵਿੱਚ, 8 ਪਦਾਂ ਦੇ ਰੂਪ ਦੇ ਵਿੱਚ, ਜਿਸ ਦੇ ਕੱਲ ਆਪਾਂ 2 ਪਦ ਅਤੇ ਰਹਾਓ ਜੋ ਸ਼ਬਦ ਦਾ ਕੇਂਦਰੀ ਭਾਵ ਹੈ, ਸਮੇਂ ਅਨੁਸਾਰ ਆਪਾਂ ਖੂਬ ਵਿਚਾਰ ਕਰ ਚੁੱਕੇ ਹਾਂ। ਅੱਗੇ ਤੁਰਨ ਤੋਂ ਪਹਿਲਾਂ, ਚੱਲਣ ਤੋਂ ਪਹਿਲਾਂ ਆਪ ਜੀ ਕਿਰਪਾ ਕਰੋਗੇ, ਸਾਰੇ ਮਿਲ ਕੇ ਪਿਆਰ ਨਾਲ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਆਪ ਜੀ ਨੂੰ ਯਾਦ ਹੋਵੇਗਾ, ਸਤਿਗੁਰਾਂ ਨੇ ਰਹਾਓ ਦੀ ਪੰਕਤੀ ਵਿੱਚ ਬਚਨ ਕੀਤਾ ਸੀ, ਕਾਮ ਕ੍ਰੋਧ ਬਿਖ ਬੱਜਰ ਭਾਰ। ਕਾਮ ਕ੍ਰੋਧ ਆਦਿ ਜੋ ਵਿਸ਼ੇ ਨੇ, ਜ਼ਹਿਰ ਰੂਪ ਵਿਸ਼ੇ, ਡਾਢਾ ਕਰੜਾ ਭਾਰ ਨੇ, ਡਾਢਾ ਕਰੜਾ। ਜਿਸ ਕਰੜੇ ਭਾਰ ਦੇ ਥੱਲੇ ਮਨੁੱਖ ਦੀ ਮਨੁੱਖਤਾ, ਜਾਂ ਇਉਂ ਕਹੀਏ ਉਸ ਦੀ ਆਤਮਿਕ ਅਵਸਥਾ, ਸ਼ਬਦ ਵੱਖਰੇ ਵੱਖਰੇ ਨੇ, ਭਾਵ ਵੀ ਵੱਖਰੇ ਵੱਖਰੇ ਨੇ, ਲੇਕਿਨ ਜਨਰਲੀ ਮੈਂ ਹੁਕਮ ਕਰ ਰਿਹਾ, ਮਨੁੱਖਤਾ ਦਮ ਤੋੜ ਜਾਂਦੀ ਹੈ, ਇਨਸਾਨੀਅਤ ਦਮ ਤੋੜ ਜਾਂਦੀ ਹੈ, ਆਤਮਿਕ ਜੀਵਨ ਲਹੂ ਲੁਹਾਨ ਹੋ ਜਾਂਦਾ ਹੈ। ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ? ਕਰਤਾਰ ਦੇ ਨਾਲ ਜੁੜ ਕੇ, ਵਾਹਿਗੁਰੂ ਜੀ ਦੇ ਨਾਲ ਜੁੜ ਕੇ। ਹਜ਼ੂਰ ਨੇ ਬਚਨ ਕੀਤਾ, ਨਾਮ ਬਿਨਾ ਕੈਸੇ ਗੁਣ ਚਾਰ, ਗੁਣਾ ਵਾਲਾ ਆਚਰਨ। ਜਿਨ੍ਹਾਂ ਕਰਕੇ ਮਨੁੱਖ ਗਰਦਨ ਉੱਚੀ ਕਰਕੇ ਸੰਸਾਰ ਵਿੱਚ ਚੱਲਦਾ ਹੈ, ਮਾਣ ਨਾਲ ਜਿਉਂਦਾ ਹੈ, ਅਣਖ ਨਾਲ ਜਿਉਂਦਾ ਹੈ, ਇਹ ਕਿਵੇਂ ਪ੍ਰਾਪਤ ਹੋ ਸਕਦਾ ਹੈ? ਹਜ਼ੂਰ ਨੇ ਵਚਨ ਕੀਤਾ, ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਕਹਿਣ ਲੱਗੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਬਹੁਤ ਵੱਡਾ ਉਪਕਾਰ ਸਾਰੇ ਜਗਤ ਤੇ, ਸਾਰੇ ਬ੍ਰਹਮੰਡ ਤੇ। ਬਲਿਓ ਚਰਾਗ ਅੰਧਿਆਰ ਮੈਂ ਸਭ ਕਾਲ ਉਧਾਰੀ, ਭਾਵ ਉਧਾਰੀ। ਇੱਕ ਨਾਮ ਧਰਮ
ਕੇਵਲ ਕਰਤਾਰ ਨਾਲ ਜੋੜ ਕੇ, ਕੇਵਲ ਕਰਤਾਰ ਨਾਲ ਜੋੜ ਕੇ। ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਫਿਰ ਪੰਚਮ ਪਾਤਸ਼ਾਹ ਹਜ਼ੂਰ ਨੇ ਖੁਦ ਹੀ ਬਚਨ ਇੱਕ ਹੋਰ ਵੀ ਆਖਿਆ, ਬੇਅੰਤ ਬਚਨ ਕੀਤੇ ਨੇ, ਸਿਰਫ ਟੂਕ ਮਾਤਰ ਮੈਂ ਜ਼ਿਕਰ ਕਰ ਰਿਹਾ। ਨਾਮ ਗੁਰ ਦਿਓ ਹੈ ਆਪਣੇ, ਜਾ ਕੈ ਮਸਤਕ ਕਰਮਾ। ਨਾਮ ਗੁਰ ਦਿਓ ਹੈ ਆਪਣੇ, ਆਪਣੇ ਨਾਲ ਪਿਆਰ ਕਰਨ ਵਾਲੇ, ਨਿਕਟਤਾ ਰੱਖਣ ਵਾਲੇ, ਨੇੜਤਾ ਰੱਖਣ ਵਾਲੇ, ਨੇੜੇ ਆ ਕੇ ਬੈਠਣ ਵਾਲੇ ਜਗਿਆਸੂ। ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰੱਬੀ ਯਾਦ ਨਾਲ ਜੋੜਿਆ। ਖੁਸ਼ਕਿਸਮਤ ਲੋਕਾਂ ਨੂੰ, ਵਡਭਾਗੀ ਲੋਕਾਂ ਨੂੰ ਰੱਬੀ ਯਾਦ ਨਾਲ ਜੋੜਿਆ। ਔਰ ਜਿਹੜੇ ਜੁੜ ਗਏ ਨਾ, ਅਗਲੀ ਗੱਲ ਕਮਾਲ ਦੀ, ਜਿਹੜੇ ਜੁੜ ਗਏ, ਨਾਮ ਦ੍ਰਿੜਾਵੈ ਨਾਮ ਜਪਾਵੈ ਜੰ ਕਾ ਜੁਗ ਮੈਂ ਧਰਮਾ। ਜਿਹੜੇ ਆਪ ਜੁੜ ਗਏ ਨਾ, ਉਹ ਇਤਨੇ ਸਰਸ਼ਾਰ ਹੋਏ, ਇਤਨੇ ਸਰਸ਼ਾਰ, ਇਤਨੇ ਸੰਤੁਸ਼ਟ ਹੋਏ। ਫਿਰ ਉਹਨਾਂ ਨੇ ਚਾਹਿਆ ਕਿ ਜੇ ਸਾਨੂੰ ਇਤਨਾ ਆਨੰਦ ਪ੍ਰਾਪਤ ਹੋਇਆ ਹੈ ਤਾਂ ਕਿਉਂ ਨਾ ਬਾਕੀਆਂ ਨੂੰ ਵੀ ਹੋਵੇ, ਮੇਰੇ ਭਰਾਵਾਂ ਨੂੰ ਵੀ ਹੋਵੇ, ਮੇਰੇ ਨਿਕਟਵਰਤੀਆਂ ਨੂੰ ਵੀ ਹੋਵੇ। ਫਿਰ ਤੁਰ ਪਏ ਜਪਾਉਣ ਵਾਸਤੇ, ਦ੍ਰਿੜਾਉਣ ਵਾਸਤੇ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਬਹੁਤ ਅਪਾਰ। ਸਮੁੱਚੇ ਬ੍ਰਹਿਮੰਡ ਨੂੰ ਕਰਤਾਰ ਦੇ ਨਾਲ ਜੋੜਿਆ। ਐਸਾ ਸੀ, ਪਹਿਲਾਂ ਵੀ ਸੀ। ਭਾਰਤ ਦੇ ਵਿੱਚ ਜਿਤਨੇ ਰਿਸ਼ੀ ਮੁਨੀ ਮਹਾਤਮਾ ਲੋਕ ਹੋਏ ਨੇ, ਕਿਸੇ ਨਾ ਕਿਸੇ ਰੂਪ ਦੇ ਵਿੱਚ ਕਰਤਾਰ ਨਾਲ ਜੁੜਦੇ ਸਨ, ਯਤਨਸ਼ੀਲ ਸਨ, ਜਿਨ੍ਹਾਂ ਨੂੰ ਅਸੀਂ ਕਰਮਕਾਂਡ ਆਖਦੇ ਹਾਂ। ਭਾਵੇਂ ਵਿਪਰ ਨੇ ਆਪਣੀ ਸਿਆਣਪ ਦੇ ਨਾਲ ਕਈ ਕੁਛ ਨਾ ਖਿਲਾਰਾ ਜੇ ਪਾ ਲਿਆ, ਜਿਸ ਸਾਰੇ ਖਿਲਾਰੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਾ ਸਿੱਖੀ ਦੇ ਵਿਹੜੇ ਵਿੱਚੋਂ ਹੂੰਜ ਕੇ ਪਾਸੇ ਕਰ ਦਿੱਤਾ। ਕਿਸੇ ਦੀ ਜ਼ਰੂਰਤ ਨਹੀਂ ਹੈ। ਲੇਕਿਨ ਰਿਸ਼ੀਆਂ ਮੁਨੀਆਂ ਦਾ, ਮਹਾਤਮਾ ਲੋਕਾਂ ਦਾ ਜਿਹੜਾ ਇਹ ਕਥਨ ਸੀ ਨਾ ਕਿ ਇੱਕ ਕਰਤਾਰ ਦੇ ਨਾਲ ਜੁੜਨਾ, ਭਜਨ ਕਰਨਾ, ਸਤਿਗੁਰਾਂ ਨੇ ਉਸ ਨੂੰ ਸਾਰਥਕ ਰੂਪ ਦੇ ਵਿੱਚ ਆਪਣੇ ਜੀਵਨ ਦਾ ਹੀ ਨਹੀਂ, ਬਲਕਿ ਮਨੁੱਖ ਮਾਤਰ ਦੇ ਜੀਵਨ ਦਾ ਇਹ ਮੰਤਵ ਦੱਸਿਆ। ਭਾਵੇਂ ਕੋਈ ਸਮਾਂ ਸੀ ਜਿਸ ਨੂੰ ਆਖਦੇ ਹਾਂ ਅਸੀਂ, ਕੋਈ ਸਤਯੁਗ ਸੀ, ਕੋਈ ਤ੍ਰੈਤਾ ਸੀ, ਕੋਈ ਦੁਆਪਰ ਸੀ, ਜਾਂ ਅਜੋਕਾ ਸਮਾਂ ਹੈ ਜਿਸ ਨੂੰ ਕਲਯੁਗ ਕਹਿ ਲਿਆ ਜਾਂਦਾ ਹੈ। ਜਦੋਂ ਤੋਂ ਮਨੁੱਖ ਮਾਤਰ ਹੋਂਦ ਵਿੱਚ ਆਇਆ ਹੈ, ਕਰਤਾਰ ਨੇ ਪੰਜਾਂ ਤੱਤਾਂ ਦੀ ਸ੍ਰਿਸ਼ਟੀ ਸਾਜੀ ਹੈ, ਉਦੋਂ ਤੋਂ ਹੀ ਇਹ ਨੇਮ ਵੀ ਟਿਕਿਆ ਹੋਇਆ ਹੈ ਕਿ ਮਨੁੱਖ ਜੀਵਨ ਸਫਲ ਹੁੰਦਾ ਹੈ ਕੇਵਲ ਤੋਂ ਕੇਵਲ ਕਰਤਾਰ ਨਾਲ ਜੁੜ ਕੇ। ਔਰ ਸਤਿਗੁਰੂ ਜੀ ਸੱਚੇ ਪਾਤਸ਼ਾਹ ਮਹਾਰਾਜ ਨੇ, ਮੈਂ ਬਚਨ ਕਰਿਆ ਕਰਦਾ, ਉਹਨਾਂ ਦੀ ਇਹ ਡਾਇਰੈਕਟ ਅਪਰੋਚ ਹੈ। ਬਾਕੀ ਸਭ ਕੁਝ ਛੱਡ ਦਿੱਤਾ, ਬਿਲਕੁਲ ਹਟਾ ਦਿੱਤਾ। ਭਾਵੇਂ ਤੂੰ ਘਰ ਬੈਠਾ ਹੈ, ਭਾਵੇਂ ਸੰਗਤ ਵਿੱਚ ਬੈਠਾ ਹੈ, ਭਾਵੇਂ ਪੰਜਾਬ ਵਿੱਚ ਹੈ, ਭਾਰਤ ਵਿੱਚ ਹੈ, ਭਾਵੇਂ ਪ੍ਰਦੇਸ਼ਾਂ ਵਿੱਚ ਹੈ, ਕਿਤੇ ਵੀ ਹੈ, ਤੇਰੇ ਮਨ ਅੰਦਰ ਸ਼ਾਂਤੀ, ਤੇਰੇ ਮਨ ਅੰਦਰ ਟਿਕਾ। ਔਰ ਇਹ ਜੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਜਿਹੜੇ ਸਾਡੀ ਜ਼ਿੰਦਗੀ ਨੂੰ ਅਸੰਤੁਲਿਤ ਕਰ ਦਿੰਦੇ ਨੇ, ਇੰਬੈਲੈਂਸਡ ਕਰ ਦਿੰਦੇ ਨੇ, ਇਹਨਾਂ ਤੋਂ ਕਿਵੇਂ ਬਚ ਸਕਦਾ ਹੈ? ਕੇਵਲ ਇਸੇ ਢੰਗ ਦੇ ਨਾਲ ਕਿ ਇਹ ਸਾਰਾ ਕੁਝ ਹੀ ਪੈਦਾ ਕਰਨ ਵਾਲੇ ਦੇ ਨਾਲ ਤੂੰ ਜੁੜ ਜਾਵੇਂ। ਸਾਰਾ ਕੁਝ ਪੈਦਾ ਕਰਨ ਵਾਲੇ ਤੇ, ਜੇ ਤੈਨੂੰ ਉਸਨੇ ਪੈਦਾ ਕੀਤਾ ਹੈ ਤੇ ਇਹਨਾਂ ਨੂੰ ਵੀ ਉਸੇ ਨੇ ਪੈਦਾ ਕੀਤਾ ਹੈ, ਜਿਨ੍ਹਾਂ ਨੂੰ ਤੂੰ ਸੰਭਾਲ ਨਹੀਂ ਸਕਦਾ। ਕਦੀ ਹਉਮੈ ਵਸੇ ਆ ਕੇ ਤੇ ਕਦੀ ਹੰਕਾਰ ਦੇ ਵਿੱਚ ਆ ਕੇ ਤੇ ਕਦੀ ਹੋਰ ਕਾਮ ਕ੍ਰੋਧ ਲੋਭ ਮੋਹ ਆਦਿ ਦੇ ਪਕੜ ਵਿੱਚ ਆ ਕੇ ਡਾਢੇ ਨੇ। ਸੂਰਬੀਰ ਵਰਿਆਮ ਕਿਨੈ ਨਾ ਹੋੜੀ ਹੈ, ਕਿਸੇ ਦੇ ਰੋਕਿਆ ਨਹੀਂ ਰਹਿੰਦੇ। ਫੌਜ ਸਥਾਨੀ ਹਾਠ ਪੰਚਾਂ ਜੋੜੀ ਹੈ, ਫਿਰ ਆਪ ਪੰਜੇ ਦੇ ਪੰਜੇ ਹੀ ਨਹੀਂ ਰਹਿੰਦੇ, ਆਪਣੀਆਂ ਫੌਜਾਂ ਵੀ ਨਾਲ ਜੋੜ ਲੈਂਦੇ ਨੇ। ਹਾਂਜੀ, ਕਿਤਨੀਆਂ ਸਾਰੀਆਂ ਇਹਨਾਂ ਦੀਆਂ ਫੌਜਾਂ।
हर 10 नारी अवधूत देन चमोड़िया। साडियां अखां, साडे कंन इत्यादि साडी रसना ਜਿਹੜੀਆਂ निर्मल ने, निर्मल बनिया रहन, लेकिन ये अपन फौजां नूं चमोड़ देंदे ने नाल। ना अखां निर्मल रह जांदियां ने ते ना कंन निर्मल रह जाते ने, ना जुबान निर्मल रह जाती है। जिन जिन लैन रलाए वो इन्ना लोड़ी है। फिर एक 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 करके ना अखां नूं जित लिया, तो हुण कन्नां नूं जित लिया, तो जुबान नूं जित लिया, अखीर सारे शरीर नूं ही जित लेंदे ने। भरम कोट माया खाई कौ कित विद तोड़ी है। अंत विच आके सतगुरु कहंदे ने गुर पूरा आराध बिखम दल फोड़ी है। कोई होर जुगती नहीं जे, ना कोई मां बाप भैणा भाई इन्हां दे कोलों छुड़ा सके, कोई जुगती नहीं जे। सतगुरु सच्चे पातशाह महाराज दे पास आ समझ, इथों समझ इन्हां दीयां हरकतां नूं, ਜਿਹੜੀਆਂ ਹਰਕਤਾਂ ਤੋਂ ਜਾਣੂ ਨਾ ਹੋ ਕੇ ਤੇਰਾ ਮਨੁੱਖੀ ਜੀਵਨ ਸਿਥਲ ਹੋ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ, ਬਦਨਾਮ ਹੋ ਜਾਂਦਾ ਹੈ, ਲਾਹਨਤਯੋਗ ਹੋ ਜਾਂਦਾ ਹੈ। ਵੱਡੇ ਵੱਡੇ ਪਦਵੀਆਂ ਤੇ ਬੈਠੇ ਹੋਏ ਰਾਜਨੀਤਿਕ ਲੋਕ, ਬੜੇ ਬੜੇ ਮਾਨ ਸਨਮਾਨ ਦੇ ਪਾਤਰ ਧਾਰਮਿਕ ਲੋਕ, ਇਹਨਾਂ ਕਮਜ਼ੋਰੀਆਂ ਦੇ ਅਧੀਨ ਜਿਸ ਵੇਲੇ ਚੱਲਦੇ ਨੇ, ਹੋ ਜਾਂਦੇ ਨੇ, ਤੇ ਫਿਰ ਆਪਣੇ ਪਦਵੀਆਂ ਦੇ ਯੋਗ ਨਹੀਂ ਰਹਿ ਜਾਂਦੇ। ਲੋਕ ਜਿਹੜੇ ਸਤਿਕਾਰ ਕਰਨ ਵਾਲੇ ਹੁੰਦੇ ਨੇ ਤਿਰਸਕਾਰ ਕਰਨ ਲੱਗ ਪੈਂਦੇ ਨੇ। ਕਿਵੇਂ ਬਚਿਆ ਜਾ ਸਕਦਾ ਹੈ? ਗੁਰ ਪੂਰਾ ਆਰਾਧ ਬਿਖਮ ਦਲ ਫੋੜੀਐ, ਹਾਂ ਤਿਸ ਅੱਗੇ ਦਿਨ ਰਾਤ ਰਹਾਂ ਕਰ ਜੋੜੀਐ। ਉਸ ਦੇ ਅੱਗੇ ਹੱਥ ਜੋੜ ਕੇ ਮੈਂ ਰਹਿੰਦਾ ਹਾਂ, ਤੁਸੀਂ ਬਚ ਕੇ ਰਹਿਣਾ ਹੈ ਇਹਨਾਂ ਤੋਂ, ਤੇ ਤੁਸੀਂ ਵੀ गुरु परमेश्वर के सन्मुख हाथ जोड़ के रहो। आखो काम क्रोध लोभ झूठ निंदा हे जी इनते आप छड़ाओ, यह भीतर ते इनको डारो। मेरे अंदर जिहड़े ये हैं ना सारे, तुसी कृपा करो इन्हां विकारां नूं बाहर कढ दिओ और आपन निकट बुलाओ। फिर ध्यान रखने वाली गल है, जद तक असी लोभ के अधीन हाँ, असी निंदा के अधीन हाँ, असी क्रोध के अधीन हाँ, असी मोह के अधीन हाँ, असी काम के अधीन हाँ, असी वाहिगुरू जी के नेड़े नहीं हो सकते। क्योंकि साडियां सुरतियां विच ना वो वासनावां, वो भावनावां टिकियां हुई ने जिहड़ियां सानू ना दूर खिंचदियां ने। करतार दे नेड़े नहीं हो सकते, भाव निर्मल गुण जिहड़े ने साडे हिरदे विच फिर नहीं विगस सकते। आख्या ना सतगुरां ने बिख बज्जर भार, इन्हां दे दबाव थले आके नहीं विक सकते। विकसना है तो उन्हां तो सुतंत्र होना है, तो फिर उन्हां तो सुतंत्र किवें होया जा सकता है? एक तो आप मनुख यतनशील होवे, गुरु ज्ञान दे राही सुचेत होवे, मैं बचना है, सुचेत होवे। दूजी गल कि करतार वाहिगुरू जी की ओट लैके चले। वड्डे वड्डे महाबली छले जाते हैं। बस इस तो वध मैं कुछ ना आखा। कोई लोभ दे करके छले आ गया, कोई मोह दे करके छले आ गया, कोई हंकारी होके ढाउन लग पिया सारा कुछ। हाँ जी, गुरु चरणों में बैठा होया, याद में बैठा होया, फुंकारे मारनों नहीं रहिंदा। जिस पब्लिक ने, जिस जनता ने उसनों अपना आगू बनाया, उन्होंने डसन तो नहीं रहिंदा, फुंकारे मारदा है। फिर किवें बचिया जा सकता है? करतार किरपा करे सच्चा पातशाह। इत्थों ही बचन हजूर शुरू कर रहे हैं जदों कहंदे ने सर्ब उपाय गुरु सिर मोर। सारी सृष्टि उसे ने उपाई है। सिर मोर इत्थे भी पाठ मेरे सन्मुख पोथी ते
ਵੱਖਰਾ ਵੱਖਰਾ ਸਿਰ ਮੋੜ ਕੀਤਾ ਹੋਇਆ ਹੈ। ਲੇਕਿਨ ਮੈਂ ਕੁਝ ਟੀਕੇ ਦੇਖ ਸਕਿਆ ਜੋ ਸਭਨਾਂ ਤੇ ਅਰਥ ਜਿਹੜਾ ਹੈ ਨਾ ਸਿਰਮੋਰ, ਉੱਥੇ ਰਾਜੇ ਨੂੰ ਸਿਹਾਰੀ ਦੀ ਜ਼ਰੂਰਤ ਨਹੀਂ। ਸਿਰਮੋਰ ਜਿਸ ਨੂੰ ਆਖਿਆ ਜਾਂਦਾ ਹੈ ਸ੍ਰੇਸ਼ਟ ਸ਼੍ਰੋਮਣੀ। ਸ੍ਰੇਸ਼ਟ ਸ਼੍ਰੋਮਣੀ ਕੌਣ ਹੈ? ਸਭ ਤੋਂ ਉੱਚਾ ਕੌਣ ਹੈ? ਕਰਤਾਰ ਖੁਦ ਵਾਹਿਗੁਰੂ ਜੀ ਆਪ, ਜਿਨ੍ਹਾਂ ਨੇ ਇਹ ਸਾਰਾ ਕੁਝ ਪੈਦਾ ਕੀਤਾ ਹੈ। ਭਗਤੀ ਕਰਉ ਪਗ ਲਾਗੋਂ ਤੋਰ। ਮੇਰੀ ਭਾਵਨਾ ਹੈ ਹੇ ਵਾਹਿਗੁਰੂ ਜੀ, ਮੈਂ ਤੁਹਾਡੀ ਭਗਤੀ ਕਰਾਂ, ਤੁਹਾਡੇ ਨਾਲ ਪਿਆਰ ਕਰਾਂ, ਤੁਹਾਡੇ ਮੈਂ ਚਰਣੀ ਲੱਗਾ। ਨਾਮ ਰਤੋ ਚਾਹੋਂ ਤੁਝ ਓਰ। ਤੇ ਤੁਹਾਡੇ ਪਿਆਰ ਰੰਗ ਵਿੱਚ ਰੰਗਿਆ ਹੋਇਆ ਮੈਂ ਸਦਾ ਤੁਹਾਡੇ ਵੱਲ ਵੇਖਦਾ ਰਹਾ। ਮੇਰੀ ਤਾਂਗ ਕੇਵਲ ਤੁਹਾਡੇ ਪ੍ਰਤੀ ਬਣੀ ਰਹੇ। ਮੇਰੀ ਸਾਂਝ, ਹਿਰਦੇ ਦੀ ਸਾਂਝ ਕੇਵਲ ਤੁਹਾਡੇ ਪ੍ਰਤੀ ਬਣੀ ਰਹੇ। ਨਾਮ ਦੁਰਾਏ ਚੱਲੈ ਸੋ ਚੋਰ। ਔਰ ਹਜ਼ੂਰ ਨੇ ਸਾਡੇ ਸਭਨਾਂ ਲਈ ਇੱਕ ਹੋਰ ਖਿਆਲ ਸਪਸ਼ਟ ਕਰ ਦਿੱਤਾ। ਕਹਿਣ ਲੱਗੇ ਚੇਤੇ ਰੱਖਿਓ ਜੇ, ਜਿਹੜੇ ਲੋਕ ਆਪਣੇ ਆਪ ਨੂੰ ਰੱਬੀ ਯਾਦ ਤੋਂ ਮੁਕਤ ਕਰਕੇ ਚੱਲਦੇ ਨੇ ਉਹ ਇਹਨਾਂ ਵਿਕਾਰਾਂ ਦੇ ਢਹੇ ਚੜ ਜਾਂਦੇ ਨੇ। ਜਿਹੜੇ ਮਨੁੱਖ ਰੱਬੀ ਯਾਦ ਨੂੰ ਹਿਰਦੇ ਵਿੱਚ ਚੱਲ ਕੇ ਵਸਾ ਕੇ ਚੱਲਦੇ ਨੇ ਉਹ ਇਹਨਾਂ ਤੋਂ ਮੁਕਤ ਹੋ ਜਾਂਦੇ ਨੇ ਤੇ ਜੀਵਨ ਨਿਰਮਲ ਹੋ ਜਾਂਦਾ ਹੈ। ਕਰਤਾਰ ਨਾਲੋਂ ਦੂਰ ਹੋਇਆਂ ਰੱਬੀ ਯਾਦ ਤੋਂ ਦੂਰ ਹੋਇਆਂ ਜਦੋਂ ਬੰਦਾ ਨਾਮ ਨੂੰ ਵਿਸਾਰ ਦਿੰਦਾ ਹੈ ਤੇ ਬਿਰਤੀ ਜਿਹੜੀ ਹੈ ਨਾ ਚੋਰਾਂ ਵਾਰੀ ਬਣ ਜਾਂਦੀ ਹੈ। ਪਤ ਖੋਈ ਬਿਖ ਅੰਚਲ ਪਾਏ। ਮੈਂ ਸ਼ਬਦ ਦਾ ਧਿਆਨ ਕਰ ਰਿਹਾ ਸਾਂ, ਸਤਿਗੁਰਾਂ ਨੇ ਚੋਰ ਕਿਉਂ ਆਖਿਆ? ਜਿਵੇਂ ਮੈਂ ਸਮਝ ਸਕਿਆ। ਤੁਸੀਂ ਧਿਆਨ ਕਰਿਓ ਜੇ, ਸਾਡਾ ਗ੍ਰਿਸ਼ਤ, ਸਾਡਾ ਪਰਿਵਾਰ, ਸੰਤਾਨ ਦੀ ਉਤਪਤੀ ਕਰਤਾਰ ਦੀ ਕਿਰਪਾ ਦੇ ਸਦਕਾ ਪਤਨੀ ਅਤੇ ਪਤੀ ਨੂੰ ਜੋ ਸ਼ਕਤੀ ਦਿੰਦਾ ਹੈ ਉਸ ਦੇ ਸਿਰ ਤੇ ਚੱਲਦੀ ਹੈ। ਸਾਰੇ ਸੰਸਾਰ ਦੀ ਉਤਪਤੀ ਮੇਲ ਅਤੇ ਫੀਮੇਲ ਦੇ ਸੰਬੰਧ ਨਾਲ। ਲੇਕਿਨ ਜਿਸ ਵੇਲੇ ਬਿਰਤੀ ਉਲਾਰੂ ਹੋ ਜਾਂਦੀ ਹੈ ਤੇ ਉਸ ਨੂੰ ਕਾਮ ਆਖਿਆ ਗਿਆ। ਹੁਣ ਉਹ ਜਿਹੜੀ ਉਲਾਰੂ ਬਿਰਤੀ ਹੈ ਗ੍ਰਿਸ਼ਤ ਵਿੱਚ ਰਹਿੰਦਿਆਂ ਹੋਇਆਂ ਜਾਂ ਸਮਾਜ ਵਿੱਚ ਵਿਚਰਦਿਆਂ ਹੋਇਆਂ ਬੰਦੇ ਨੇ ਉਸ ਨੂੰ ਪੂਰਾ ਕਰਨਾ ਹੋਵੇ ਤੇ ਕਿਵੇਂ ਕਰੇਗਾ? ਛੁਪਾ ਕੇ। ਛੁਪਾਇਆ ਕਿਵੇਂ ਜਾਵੇਗਾ? ਹਾਂਜੀ, ਚੋਰੀ ਕਰਕੇ। ਲੋਭ ਮਨੁੱਖ ਨੂੰ ਵਿਆਪਦਾ ਹੈ। ਅਸੀਂ ਗ੍ਰਸਤੀ ਹਾਂ, ਸਾਰਿਆਂ ਨੂੰ ਧਨ ਦੀ ਜ਼ਰੂਰਤ ਹੈ। ਧਨ ਤੋਂ ਬਿਨਾਂ ਨਾ ਅਸੀਂ ਆਪ ਖਾ ਸਕਦੇ ਹਾਂ, ਨਾ ਬੱਚਿਆਂ ਨੂੰ ਖਵਾ ਸਕਦੇ ਹਾਂ, ਨਾ ਆਪ ਪਹਿਨ ਸਕਦੇ ਹਾਂ, ਨਾ ਬੱਚਿਆਂ ਨੂੰ ਪਹਿਨਾ ਸਕਦੇ ਹਾਂ, ਨਾ ਅਸੀਂ ਸੰਭਾਲ ਕਰ ਸਕਦੇ ਹਾਂ, ਨਾ ਕੁਝ ਸੇਵਾ ਕਰ ਸਕਦੇ ਹਾਂ, ਹੈ ਨਾ। ਲੇਕਿਨ ਜਦੋਂ ਬਿਰਤੀ ਉਲਾਰੂ ਹੋ ਜਾਂਦੀ ਹੈ ਤੇ ਫਿਰ ਉਸ ਉਲਾਰੂ ਬਿਰਤੀ ਨੂੰ ਜਿਹਨੂੰ ਲੋਭ ਆਖਿਆ ਗਿਆ ਉਸ ਦੀ ਪੂਰਤੀ ਕਿਵੇਂ ਹੋ ਸਕਦੀ ਹੈ? ਚੋਰੀ ਕਰਕੇ, ਪਰਦਾਪੋਸ਼ੀ ਕਰਕੇ। ਅੰਦਰ ਮੋਹ ਬੜਿਆ ਹੋਇਆ ਹੈ, ਮੈਂ ਕੇਵਲ ਨਾ ਇਸੇ ਦੀ ਸੰਭਾਲ ਕਰਨੀ ਹੈ, ਇਹੀ ਮੇਰੇ ਵਾਸਤੇ ਸਭ ਤੋਂ ਵਧੀਆ ਹੈ। ਦੇਖੋ, ਆਪਣਿਆਂ ਦਾ ਧਿਆਨ ਰੱਖਣਾ। ਵਾਹਿਗੁਰੂ ਜੀ ਨੇ ਜੇ ਮੈਨੂੰ ਸੰਤਾਨ ਦਿੱਤੀ ਹੈ ਤੇ ਉਹਨਾਂ ਦਾ ਧਿਆਨ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਨਾ। ਲੇਕਿਨ ਤੁਸੀਂ ਬੇਗਾਨਿਆਂ ਦਾ ਹੱਕ ਚੁਰਾ ਕੇ ਆਪਣਿਆਂ ਦੇ ਅੱਗੇ ਪਾਓ ਤੇ ਇੱਕ ਦਿਨ ਨਹੀਂ, ਤੁਸੀਂ ਲਗਾਤਾਰ ਹੀ ਇਹ ਵਤੀਰਾ ਲੈ ਕੇ ਚੱਲੋ। ਇਹ ਮੋਹ ਬਣ ਗਿਆ। ਹੁਣ ਸੰਸਾਰ ਵੇਖਦਾ ਹੈ, ਸੰਸਾਰ ਜਾਣਦਾ ਹੈ, ਤੁਹਾਡੀ ਅੰਦਰ ਦੀ ਜਿਹੜੀ ਬਿਰਤੀ ਹੈ ਪ੍ਰਗਟ ਹੋਣ ਲੱਗ ਪੈਂਦੀ ਹੈ। ਤੁਸੀਂ ਆਖਦੇ ਨਹੀਂ 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 ਨਹੀਂ, ਐਵੇਂ ਥੋੜ੍ਹਾ ਕਰਦਾ ਮੈਂ। ਇਹ ਕੀ ਹੋਇਆ? ਇਹ ਚੋਰੀ ਹੈ ਤੇ ਹੋਰ ਚੋਰੀ ਹੈ, ਹੋਰ ਕੀ ਹੈ? ਸਤਿਗੁਰਾਂ ਨੇ ਆਖਿਆ ਜਦੋਂ ਕਰਤਾਰ ਨੂੰ ਭੁੱਲ ਜਾਓਗੇ ਤੇ ਇਹਨਾਂ ਦੇ ਅਧੀਨ ਹੋ ਜਾਓਗੇ ਉਸ ਵੇਲੇ ਕੁਝ ਹੋਰ ਨਹੀਂ ਹੋਵੇਗਾ, ਫਿਰ ਚੋਰੀ ਹੀ ਹੋਵੇਗੀ। ਤੇ ਕਰਨ ਵਾਲਾ ਕੌਣ ਹੋਇਆ? ਚੋਰ। ਨਾਮ ਦੁਰਾਏ ਚੱਲੈ ਸੋ ਚੋਰ। ਫਿਰ ਬਚਨ ਕੀਤੋ ਨੇ ਪਤ ਖੋਈ ਬਿਖ ਅੰਚਲ ਪਾਏ। ਇੱਜ਼ਤ ਨਹੀਂ ਰਹਿ ਜਾਂਦੀ ਜਿਨ੍ਹਾਂ ਬੰਦਿਆਂ ਦੇ ਝੋਲੀ ਦੇ ਵਿੱਚ, ਜਿਨ੍ਹਾਂ ਬੰਦਿਆਂ ਦੇ ਪੱਲੇ ਦੇ ਵਿੱਚ ਜ਼ਹਿਰ ਹੀ ਜ਼ਹਿਰ ਹੈ ਵਿਕਾਰਾਂ ਦਾ। ਸਾਚ ਨਾਮ ਰਤੇ ਪਤ ਸਿਉ ਘਰ ਜਾਏ। ਕਰਤਾਰ ਨਾਲ ਜੁੜਿਆਂ ਹੋਇਆਂ ਹੀ ਬੰਦੇ ਇੱਜ਼ਤ ਨਾਲ ਚੱਲਦੇ ਨੇ, ਇੱਥੇ ਵੀ ਤੇ ਉੱਥੇ ਵੀ।
ਜੋ ਕਿਛ ਕੀਨ ਸੋ ਪ੍ਰਭੂ ਰਜ਼ਾਏ। ਔਰ ਜਿਵੇਂ ਚੱਲਦੇ ਨੇ ਫਿਰ ਉਵੇਂ ਚੱਲਦੇ ਨੇ ਜਿਵੇਂ ਵਾਹਿਗੁਰੂ ਜੀ ਦੀ ਰਜ਼ਾ ਹੈ। ਜੇ ਇਹ ਯਕੀਨ ਆ ਗਿਆ, ਜਨਨ ਪਿਤਾ ਲੋਕ ਸੁਤ ਬਨਿਤਾ ਕੋਏ ਨਾ ਕਿਸਕੀ ਧਰਿਆ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ। ਹਾਂਜੀ, ਸਾਰੇ ਆਖੋ ਕਾਹੇ ਮਨ ਭਉ ਕਰਿਆ। ਫਿਰ ਨਾ ਕੋਈ ਲਾਲਚ ਕਰਨ ਦੀ ਲੋੜ ਰਹਿ ਜਾਂਦੀ ਹੈ, ਨਾ ਮੋਹ ਐਕਸਟਰਾ ਪਾਲਣ ਵਾਸਤੇ ਝੂਠ ਸੱਚ ਬੋਲਣ ਦੀ ਲੋੜ ਰਹਿ ਜਾਂਦੀ ਹੈ, ਨਾ ਕੁਝ ਹੋਰ ਕਰਨ ਦੀ ਲੋੜ ਰਹਿ ਜਾਂਦੀ ਹੈ। ਫਿਰ ਇਸ ਅਵਸਥਾ ਤੇ ਆ ਜਾਂਦਾ ਹੈ, ਭੈ ਮਨ ਨਿਰਭਉ ਮੇਰੀ ਮਾਏ। ਤੇ ਕਰਤਾਰੀ ਭੈ ਵਿੱਚ ਵਿਚਰਦਾ ਹੈ। ਹੇ ਭਾਈ, ਹੇ ਮੇਰੀ ਮਾਂ, ਕਰਤਾਰੀ ਭੈ ਵਿੱਚ ਵਿਚਰਦਾ ਹੈ। ਜਿਸ ਵੇਲੇ ਕਰਤਾਰੀ ਭੈ ਵਿੱਚ ਵਿਚਰੇਗਾ, ਹਾਂਜੀ, ਕਾਮ ਦੀ ਚੋਰੀ ਕਰੇਗਾ, ਕ੍ਰੋਧ ਦੀ ਚੋਰੀ ਕਰੇਗਾ, ਮੋਹ ਹੰਕਾਰ ਦੀ ਚੋਰੀ ਕਰੇਗਾ, ਲੋਭ ਦੀ ਚੋਰੀ ਕਰੇਗਾ। ਕਾਹਦੀ ਚੋਰੀ ਕਰੇਗਾ? ਜਦੋਂ ਮਹਿਸੂਸ ਕਰੇਗਾ ਕਿ ਸਦਾ ਅੰਗ ਸੰਗੇ, ਹਾਂਜੀ, ਸਦਾ ਅੰਗ ਸੰਗੇ। ਜਿੰਨੇ ਕੋ ਅਸੀਂ ਥੋੜ੍ਹੇ ਜਿਹੇ ਦੂਰ ਹੁੰਦੇ ਆ ਨਾ, ਅਸੀਂ ਇੱਕ ਗੱਲ ਨੂੰ ਤਾਂ ਸਮਝ ਲੈਂਦੇ ਹਾਂ ਕਿ ਮੈਂ ਜਦੋਂ ਅਰਦਾਸ ਕਰਦਾ ਨਾ ਉਹ ਮੇਰੀ ਸੁਣਦਾ ਹੈ। ਮੈਂ ਤੁਰਿਆ ਆ ਰਿਹਾ ਹੋਵਾਂ, ਮੈਂ ਕਾਰ ਵਿੱਚ ਹੋਵਾਂ, ਮੈਂ ਜਹਾਜ਼ ਵਿੱਚ ਹੋਵਾਂ, ਮੈਂ ਪੰਜਾਬ ਵਿੱਚ ਹੋਵਾਂ, ਦੇਸ਼ ਵਿੱਚ ਹੋਵਾਂ, ਮੈਂ ਪ੍ਰਦੇਸ਼ ਵਿੱਚ ਹੋਵਾਂ, ਉਹ ਮੇਰੀ ਸੁਣਦਾ ਹੈ। ਪਰ ਦੂਜੀ ਗੱਲ ਵਾਲੇ ਪਾਸਿਓਂ ਨਾ ਅਸੀਂ ਅਚੇਤ ਹੁੰਦੇ ਹਾਂ। ਜੇ ਉਹ ਮੇਰੇ ਅੰਦਰ ਹੈ, ਮੇਰੀ ਸੁਣਦਾ ਹੈ, ਮੇਰੀ ਅਰਦਾਸ ਸੁਣਦਾ ਹੈ, ਤੇ ਮੇਰੀਆਂ ਬਿਰਤੀਆਂ ਨਹੀਂ ਸੁਣਦਾ, ਹਾਂਜੀ, ਮੇਰੀਆਂ ਚੁਸਤੀਆਂ ਨਹੀਂ ਜਾਣਦਾ, ਜਿਨ੍ਹਾਂ ਦਾ ਓਲਾ ਜਿਹਾ ਬਣਾ ਕੇ ਮੈਂ ਆਪਣਾ ਕਾਮੀ ਬਿਰਤੀਆਂ ਪੂਰੀਆਂ ਕਰਨੀਆਂ ਚਾਹੁੰਦਾ ਜਾਂ ਬਾਕੀ ਬਿਰਤੀਆਂ ਮੈਂ ਪੂਰੀਆਂ ਕਰਨੀਆਂ ਚਾਹੁੰਦਾ, ਉਹ ਨਹੀਂ ਜਾਣਦਾ। ਹਜ਼ੂਰ ਨੇ ਕਦੀ ਆਖਿਆ ਸੀ, ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਜੇ ਦੇਖ ਲਿਆ, ਅਹਿਸਾਸ ਆ ਗਿਆ, ਉਸ ਦੇ ਭੈ ਵਿੱਚ ਆ ਗਿਆ ਕਿ ਵਾਹਿਗੁਰੂ ਜੀ ਚਤਰ ਚੱਕਰ ਵਰਤੀ, ਚਤਰ ਚੱਕਰ ਭੁਗਤੇ ਸੁਯੰ ਭਵ ਸੁਭੰ ਸਰਬਦਾ ਸਰਬਜੁਗਤੇ, ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਫਿਰ ਨਿਰਭਉ ਹੋ ਗਿਆ। ਹਜ਼ੂਰ ਨੇ ਆਖਿਆ, ਕਾਮਣ ਚਾਹੈ ਸੁੰਦਰ ਭੋਗ। ਇੱਥੇ ਨਾ ਅਲੰਕਾਰ ਵਰਤਿਆ ਸਤਿਗੁਰਾਂ ਨੇ। ਉਸ ਅਲੰਕਾਰ ਨੂੰ ਸ਼ਾਇਦ ਧਿਆਨ ਵਿੱਚ ਰੱਖਦਿਆਂ ਹੋਇਆਂ ਕੁਝ ਵਿਦਵਾਨਾਂ ਨੇ ਇਉਂ ਵੀ ਜ਼ਿਕਰ ਕੀਤਾ ਹੈ ਕਿ ਸਤਿਗੁਰਾਂ ਨੇ ਇਹ ਸ਼ਬਦ ਸੰਗਲਾ ਦੀਪ ਸ਼੍ਰੀ ਲੰਕਾ, ਜਿਸ ਨੂੰ ਅੱਜ ਕੱਲ੍ਹ ਕਿਹਾ ਜਾਂਦਾ ਹੈ, ਉੱਥੇ ਉਚਾਰਨ ਕੀਤਾ, ਕਿਉਂਕਿ ਉੱਥੇ ਕੁਝ ਘਟਨਾਵਾਂ ਐਸੀਆਂ ਘਟੀਆਂ ਜਿਹੜੀਆਂ ਨੇ ਇਸ ਸ਼ਬਦ ਦੇ ਅਰਥ ਦੇ ਨੇੜੇ ਨੇੜੇ ਨੇ। ਮੈਂ ਆਰੰਭ ਵਿੱਚ ਬਚਨ ਕਰਦੇ ਹਾਂ। ਸਤਿਗੁਰੂ ਮਹਾਰਾਜ ਨੇ ਕਿਸੇ ਵੀ ਸਮੇਂ ਕਿਸੇ ਦੇ ਵੀ ਪ੍ਰਥਾਏ ਬਾਬਤ ਸੰਬੋਧਨ ਕਰਦਿਆਂ ਹੋਇਆਂ ਬਚਨ ਕੀਤਾ, ਪਰ ਗੁਰਬਾਣੀ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ। ਸਾਖੀ ਨਾਮ ਹੈ ਸਿੱਖਿਆ ਦਾ। ਕਿਸੇ ਵੀ ਬਾਬਤ ਜਿਸ ਵੇਲੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ, ਸਾਂਝੀ ਸਗਲ ਜਹਾਨ ਹੈ। ਮਤ ਸੋਚਣਾ ਕਿ ਇਹ ਕੇਵਲ ਉਸੇ ਸਥਾਨ ਲਈ ਹੈ ਜਾਂ ਉਸੇ ਵਿਅਕਤੀ ਲਈ ਹੈ ਜਾਂ ਉਸੇ ਸਮੇਂ ਲਈ ਹੈ। ਸਭਨਾ ਸਥਾਨਾਂ ਲਈ, ਸਭਨਾ ਵਿਅਕਤੀਆਂ ਲਈ ਅਤੇ ਸਭਨਾ ਸਮਿਆਂ ਦੇ ਲਈ ਇਹ ਧਿਆਨ ਰੱਖਣਾ। ਸਤਿਗੁਰੂ ਮਹਾਰਾਜ ਬਚਨ ਇੱਥੇ ਕਰਦੇ ਨੇ, ਕਹਿੰਦੇ ਨੇ, ਕਾਮਣ ਚਾਹੈ ਸੁੰਦਰੀ ਭੋਗ। ਸੁੰਦਰੀ ਕਾਮਣੀ, ਸੁੰਦਰੀ, ਸੁੰਦਰ ਕਾਮਣੀ ਇਸਤਰੀ ਚਾਹੁੰਦੀ ਹੈ ਕਿ ਮੈਨੂੰ ਤਰ੍ਹਾਂ ਤਰ੍ਹਾਂ ਦਾ ਨਾ ਵਰਤਣ ਵਾਸਤੇ ਮਿਲੇ। ਕੀ ਤਰ੍ਹਾਂ ਤਰ੍ਹਾਂ ਦਾ ਵਰਤਣ ਵਾਸਤੇ ਮਿਲੇ? ਸਰੀਰ ਵੀ ਵਰਤਣ ਵਾਸਤੇ ਮਿਲੇ, ਪਦਾਰਥ ਵੀ ਵਰਤਣ ਵਾਸਤੇ ਮਿਲਣ। ਜ਼ਿਕਰ ਕੀਤਾ, ਪਾਨ ਫੂਲ ਮਿੱਠੇ ਰਸ ਰੋਗ, ਹਾਂਜੀ, ਜਿਵੇਂ ਅੱਜ ਕੱਲ੍ਹ ਹੋਰ ਕਈ ਤਰ੍ਹਾਂ ਦੇ ਐਸੇ ਸਾਧਨ ਨਿਕਲੇ ਆਏ ਆਪਣੇ ਚਿਹਰੇ ਨੂੰ ਲਿਸ਼ਕਾਉਣ ਦੇ ਵਾਸਤੇ। ਉਹਨਾਂ ਸਮਿਆਂ ਦੇ ਵਿੱਚ ਲਾਲੀਆਂ ਜੀਆਂ, ਹਾਂਜੀ, ਚਿਹਰੇ ਨੂੰ ਖੂਬਸੂਰਤ ਬਣਾਉਣ ਦੇ ਵਾਸਤੇ ਬੀਬੀਆਂ ਪਾਨ ਖਾਇਆ ਕਰਦੀਆਂ ਸੀ, ਬੀੜੇ ਖਾਇਆ ਕਰਦੀਆਂ ਸਨ, ਇਤਿਆਦ। ਕਹਿੰਦੇ ਨੇ ਇਉਂ ਇਸਤਰੀ ਚਾਹੁੰਦੀ ਹੈ। ਖੀਲੈ ਬਿਗਸੈ ਤੇਤੋ ਸੋਗ, ਤੇ ਫਿਰ ਨਾ ਖਿੜਦੀ ਹੈ,
फिर प्रसन्न होंदी है। लेकिन चेते रखना, पहला आखिया रोग, हुण आखिया सोग। ये पदार्थां दे स्वाद, ये उलारू बिरतियां दे स्वाद चेते रखना रोग ने, और इन्हां तो पैदा होने वाले सोग ने। प्रभ शरणागत कीनस भोग। जिस वेले जुड़ जाती है सुरती, उस वेले प्रतीत करता है नहीं नहीं, जे करतार कृपा करता है तो मेरी झोली विच जी पाउंदा है, धीआं पुत्तर पाउंदा है। करतार कृपा करता है तो मैनू भी खाण वास्ते पहनण वास्ते सारा कुछ दिता है तो वह देवेगा। हुण देखो एक ख्याल गुरमुख सज्जन जी कहन लगे, कहते ने देखो वाहिगुरु जी नूं जीव चंगे लगते हैं, इसे लई वो पैदा करता है। कहता फिर जिहड़ा जीव पैदा करता है उन्होंने पता नहीं कि जीव दियां लोड़ां की ने, वो जीव दियां लोड़ां दा भी ध्यान रखता है। जे जीव दियां लोड़ां दा ध्यान रखता है तो असी एहसास करते हैं, कर सकते हैं, जिस माँ बाप दे राही मेरा जन्म होया वो भी तो पले संभे सन ना, ते जिन्ना उन्हां दे मापियां दे राही उन्हां दा जन्म होया वो मापे भी पले संभे सन, सारा कुछ हैगा सी। ते फिर मैनू फिक्र किहड़ी गल दा है? फिर मैं कुछ एक्सट्रा जिहा करां, एक्सट्रा जिहा इत्थे ध्यान रखना जरूर। हर मेरी धी मेरी भैन साफ सुथरी होके रहे, साफ सुथरा लिबास पहने। असी सारे जिहड़े इस्त्री जीव हाँ, इस्त्री रूप जीव हाँ, असी सारे इशनान पान करिए, सारे साफ सुथरे रहिए। असी जिक्र करिया करते हैं ना रहतनामिਆਂ ਦਾ भी कदी कदी, हाँ जी, दोए वक्त उठ चुन बंदे हो दस्तारे, केस वाह के दोए वेले सावधानता दे नाल, हाँ जी, दस्तार सजाई जावे तो गल ठीक होई ना, मेरा कहण तो भाव। पर जे असी अपनियां कामी जियां बिरतियां नूं पैदा करन वास्ते ते दूसरियां दे अंदर उकसाहट पैदा करन वास्ते मेरियां धीआं मेरियां भैणां इवें करन लग पैण, अजिहा लिबास पहनण, अजिहे ढंग नाल चलण, फिर पैदा की होवेगा भला? रोग। उतों की निकलेगा? सोग। ऐसा ही होएगा। कई बार जिक्र आ जाता है कि बीबियां नूं कहना चाहिए भी तुसी लिबास ना आ पा के आओ। गुरमुख सज्जन कहन लगे ये ना आख्या जावे भी आ लिबास पा के आओ, बीबियां भैणां नूं ये कहना चाहिए है कि ओ लिबास पाओ जिस लिबास नूं पहन के तुसी अपने बाप अपने भरावां दे अगे सिर उठा के गल कर सको। ना तुसी अंबैरस्ड होवो ना तुहाडे भरा अंबैरस्ड हो। बस टुकवा किहड़ा है असी सारे ही जानते हैं, मापे नहीं जानते। जिहड़े अपने धीआं नूं तैयार करके बाहर तोरदे ने भेजदे ने मापे नहीं जानते, और मापिਆਂ ਨੂੰ इन्हां नतीजिਆਂ ਦਾ पता नहीं हुंदा कि ये रोग ने ते इन्हां तो सोग पैदा होना है, तो सानू सामना करना पैना है। सतगुरु जी महाराज ने हर मनुख मात्र नूं समझाउंदियां होइयां आखिया इस तरह सुंदर कामणियां वाली बिरती लैके चलनी चंगा नहीं है। फिर क्यों ने कापड़ पैरस अदक शिंगार, अजिहियां इस्त्रियां तरह तरह के कपड़े पहनदियां ने, तरह तरह के शिंगार करदियां ने, माटी फूली रूप विकार, ते कहन लगे शरीर श्वास जिंदे विच चलदे ने ये शरीर है कि मिट्टी, ते कद तक शरीर चलन वाला ये फुलदे रहन वाला है, श्वास इहदे विच आउण वाले ने भला। हाँ जी, हम आदमी हाँ, बोलो सारे, हम आदमी हाँ एकदम ही, मोहलत मोहत ना जाना। ते इस अपने शरीर नूं वेख वेख के इस्त्री फुले भाव
ਮਾਣ ਵਿੱਚ ਆਵੇ, ਹੰਕਾਰ ਵਿੱਚ ਆਵੇ, ਜਾਂ ਦੂਜਿਆਂ ਨੂੰ ਡਲਾਉਣ ਦਾ ਯਤਨ ਕਰਦੀ ਹੋਵੇ। ਤੇ ਪਾਤਸ਼ਾਹ ਜੀ ਨੇ ਆਖਿਆ ਨਹੀਂ, ਇਹ ਕੀ ਹੈ? ਵਾਹ, ਇਹ ਕੀ ਹੈ? ਵਿਕਾਰ। ਇਹ ਵਿਕਾਰੀ ਜੀਵਨ ਹੈ। ਵਿਕਾਰੀ ਜੀਵਨ ਉਹ ਜੀਵਨ ਜਿਹੜਾ ਤੁਹਾਨੂੰ ਠੀਕ ਨਹੀਂ ਚੱਲਣ ਦੇਵੇਗਾ, ਤੁਹਾਨੂੰ ਵੀ ਠੇਡੇ ਦੇਵੇਗਾ। ਤੇ ਜਿਨ੍ਹਾਂ ਤੁਸੀਂ ਦੂਜਿਆਂ ਨੂੰ ਥੜਕਾਉਣਾ ਚਾਹੁੰਦੇ ਹੋ, ਫਿਰ ਉਹ ਵੀ ਡਿੱਗਣਗੇ, ਉਹਨਾਂ ਨੂੰ ਵੀ ਠੇਡੇ ਲੱਗਣਗੇ। ਨਤੀਜਾ ਕੀ ਨਿਕਲੇਗਾ? ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕੈਸੇ ਸੁੰਦਰ ਸਮਾਜ ਦੀ, ਇੱਕ ਸੱਭਿਅਕ ਸਮਾਜ ਦੀ ਸਥਾਪਨਾ ਕਰਨੀ ਚਾਹੁੰਦੇ ਸਨ। ਉਸ ਵੇਲੇ ਇੱਕ ਪਾਸੇ ਵੱਡੇ ਵੱਡੇ ਪਰਦੇਦਾਰੀਆਂ ਸਨ, ਸਾਰਾ ਲਿਬਾਸ ਹੀ, ਸਾਰਾ ਚਿਹਰਾ ਹੀ ਢੱਕਿਆ ਹੋਇਆ ਹੈ। ਸਤਿਗੁਰੂ ਕਹਿੰਦੇ ਨੇ ਮੇਰੀ ਧੀਏ, ਤੇਰਾ ਸਿਰ ਜ਼ਰੂਰ ਢੱਕਿਆ ਹੋਇਆ ਹੋਵੇ, ਪਰ ਤੈਨੂੰ ਚਿਹਰਾ ਢੱਕ ਕੇ ਚੱਲਣ ਦੀ ਲੋੜ ਨਹੀਂ। ਤੇਰੇ ਅੰਦਰ ਕਿਸੇ ਪ੍ਰਕਾਰ ਦੀ ਘਾਟ ਦਾ ਅਹਿਸਾਸ ਨਾ ਹੋਵੇ। ਤੂੰ ਮਾਣ ਨਾਲ ਆਪਣੇ ਭਰਾਵਾਂ ਦੇ ਵਿੱਚ ਬੈਠ, ਮਾਣ ਨਾਲ। ਲੇਕਿਨ ਇਉਂ ਤਾਂ ਨਹੀਂ ਆਖਿਆ ਨਾ ਕਿ ਮੇਰੀ ਧੀ ਸਿਰ ਵੀ ਹੁਣ ਨਾ ਢੱਕੇ, ਭਾਵੇਂ ਰਾਹਾਂ ਦੀ ਗਰਦ ਪੈਂਦੀ ਹੋਵੇ, ਭਾਵੇਂ ਘਰ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਦੀ ਹੋਵੇ, ਭਾਵੇਂ ਪ੍ਰਸ਼ਾਦਾ ਤਿਆਰ ਕਰਦੀ ਹੋਵੇ, ਇਹ ਨੰਗੇ ਸਿਰ ਹੀ ਤੁਰੀ ਫਿਰਦੀ ਹੋਵੇ। ਇਉਂ ਆਖਿਆ? ਉਸਦੇ ਕੇਸ ਖੁੱਲੇ ਹੋਏ ਹੋਣ, ਇਉਂ ਨਹੀਂ ਸਤਿਗੁਰਾਂ ਨੇ ਆਖਿਆ। ਇਸ ਗੱਲ ਨੂੰ ਨਹੀਂ ਪ੍ਰਵਾਨਿਆ। ਹਾਂ, ਐਕਸਟਰਾ ਲਿਬਾਸ ਨਾ ਇਹਨੂੰ ਘੁੰਡ ਕੱਢ ਕੇ ਚੱਲਣ ਦੀ ਲੋੜ ਹੈ, ਨਾ ਇਹਨੂੰ ਬੁਰਕਾ ਪਾ ਕੇ ਚੱਲਣ ਦੀ ਲੋੜ ਹੈ। ਮੇਰੀ ਸਿੱਖ ਧੀ ਨੂੰ ਅਜਿਹਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਪਰ ਜੇ ਕੋਈ ਹੁਣ ਆਪਣੇ ਕੇਸ ਵੀ ਖਿਲਾਰ ਕੇ ਤੇ ਹੋਰ ਕਈ ਕੁਝ ਕਰਕੇ ਤੁਰ ਪਵੇ, ਸਤਿਗੁਰਾਂ ਨੇ ਆਖਿਆ ਯਾਦ ਰੱਖਿਓ ਜੀ, ਆਸਾ ਮਨਸਾ ਬੰਦੋ ਬਾਰ। ਉਹਨੇ ਬੰਨ ਲਿਆ ਆਪਣੇ ਆਪ ਨੂੰ। ਕਿੱਥੇ ਬੰਨ ਲਿਆ? ਆਸਾ ਤੇ ਮਨਸਾ ਦੇ ਨਾਲ। ਮੈਨੂੰ ਇਹ ਵੀ ਮਿਲ ਜਾਏ, ਮੈਨੂੰ ਇਹ ਵੀ ਮਿਲ ਜਾਏ, ਮੈਨੂੰ ਇਹ ਵੀ ਮਿਲ ਜਾਏ। ਗੱਲ ਕੇਵਲ ਸਾਡੀ ਧੀ ਦੀ ਜਾਂ ਇਸਤਰੀ ਜਾਤੀ ਦੀ ਗੱਲ ਹੀ ਨਹੀਂ। ਸਤਿਗੁਰੂ ਮਹਾਰਾਜ ਸਾਡੇ ਸਭਨਾ ਮਨੁੱਖਾਂ ਨੂੰ ਫਿਰ ਉਸ ਲੈਵਲ ਤੇ ਲੈ ਆਉਂਦੇ ਨੇ ਕਿ ਜੇ ਸਾਡੀ ਧੀ ਐਵੇਂ ਕਰਦੀ ਚੰਗੀ ਨਹੀਂ ਲੱਗਦੀ, ਤੇ ਤੁਸੀਂ ਯਾਦ ਰੱਖਿਓ ਜੇ, ਧਿਆਨ ਰੱਖਿਓ ਜੇ, ਪਰਮੇਸ਼ਰ ਸਾਡਾ ਸਭਨਾਂ ਦਾ ਪਿਰ ਹੈ, ਪਤੀ ਹੈ। ਉਸ ਦੇ ਸਨਮੁਖ ਅਸੀਂ ਅਜਿਹੀਆਂ ਹਰਕਤਾਂ ਕਰਦੇ ਚੰਗੇ ਲੱਗਦੇ ਹਾਂ? ਕਤਈ ਚੰਗੇ ਨਹੀਂ ਲੱਗਦੇ। ਆਸਾ ਮਨਸਾ ਬੰਦੋ ਬਾਰ, ਨਾਮ ਬਿਨਾ ਸੁਨਾ ਘਰ ਬਾਰ। ਤੇ ਰੱਬੀ ਯਾਦ ਤੋਂ ਬਿਨਾ ਐਸਾ ਕੁਛ ਵੀ ਨਹੀਂ ਹੈ। ਇੱਥੇ ਇਉਂ ਕਹਿ ਲਈਏ, ਅੰਦਰ ਧਰਮ ਨਹੀਂ ਤੇ ਫਿਰ ਕੁਛ ਵੀ ਨਹੀਂ ਹੈ। ਅਸੀਂ ਕਹਾਂਗੇ ਇਹ ਗੁਰੂ ਨਾਨਕ ਦੀ ਗੱਲ ਕਰ ਰਹੇ ਨੇ। ਜੇ ਕੇਸ ਅਸੀਂ ਢੱਕ ਕੇ ਰੱਖੀਏ ਫਿਰ ਅਸੀਂ ਬਹੁਤੀਆਂ ਚੰਗੀਆਂ, ਫਿਰ ਅਸੀਂ ਵਧੇਰੇ ਧਰਮੀ ਹਾਂ। ਕਈ ਨਾ ਇਹੋ ਜਿਹਾ ਸਵਾਲ ਹੈ ਸਾਡੇ ਸਾਹਮਣੇ, ਸਾਡੀਆਂ ਬੱਚੀਆਂ ਕਰ ਸਕਦੀਆਂ ਨੇ। ਸਾਡੇ ਸਾਹਮਣੇ ਐਸੇ ਸਵਾਲ ਆ ਸਕਦੇ ਨੇ ਜਿਹੜੇ ਬਾਹਰਲੇ ਲੋਕ ਭੜਕਾਉਂਦੇ ਨੇ ਜਾਂ ਭੜਕਾਵੇਂ ਲਿਬਾਸ ਪਹਿਨ ਕੇ ਚੱਲਦੇ ਨੇ। ਸਾਡੀਆਂ ਧੀਆਂ ਭੈਣਾਂ ਜਿਨ੍ਹਾਂ ਨੂੰ ਵੇਖ ਵੇਖ ਕੇ ਉਹਨਾਂ ਦੇ ਪ੍ਰਤੀ ਰੀਸ ਕਰਨੀਆਂ ਚਾਹੁੰਦੀਆਂ ਨੇ। ਚੇਤਾ ਰੱਖਿਓ ਜੇ, ਧਰਮੀ ਪੁਰਸ਼ ਐਸੇ ਵਿਖਾਵੇ ਨਹੀਂ ਕਰਿਆ ਕਰਦੇ। ਬਸ ਇਤਨਾ ਸਮਝ ਲੈਣਾ, ਇਤਨੇ ਵਿਖਾਵੇ ਨਹੀਂ ਕਰਿਆ ਕਰਦੇ। ਇਸ ਪ੍ਰਕਾਰ ਦੇ ਗਾਛੋ ਪੁੱਤਰੀ ਰਾਜਕੁਆਰ, ਨਾਮ ਭਣੋ ਸਚ ਦੋਤ ਸਵਾਰ। ਇਸ ਪੰਕਤੀ ਨੂੰ ਵਿਸ਼ੇਸ਼ ਤੌਰ ਤੇ ਹਵਾਲੇ ਵਿੱਚ ਲਿਆਂਦਾ ਗਿਆ। ਗਾਛੋ ਜਾਓ, ਪੁੱਤਰੀ ਹੇ ਧੀਏ, ਰਾਜਕੁਮਾਰ ਰਾਜਕੁਮਾਰੀਏ ਜਾਓ। ਕੀ ਕਰੋ? ਨਾਮ ਭਣੋ ਸਚ ਦੋਤ ਸਵਾਰ। ਪ੍ਰਭਾਤੇ ਜਾਗੋ, ਸਾਵਧਾਨ ਹੋਵੋ ਤੇ ਕਰਤਾਰ ਦੇ ਨਾਲ ਜੁੜੋ। ਸਾਡੇ ਇਤਿਹਾਸਕਾਰ ਸਾਖੀਕਾਰ ਲਿਖਦੇ ਨੇ, ਭਾਈ ਮਨਸੁਖ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੇ ਨਿਵਾਜੇ ਹੋਏ ਸਿੱਖ, ਜਿਹੜੇ ਕਿ ਵੱਡੇ ਵਪਾਰੀ ਸਨ। ਵਪਾਰ ਕਰਦਿਆਂ ਉਹ ਸੰਗਲਾ ਦੀਪ ਗਏ। ਪੁਰਾਤਨ ਨਾਮ ਹੈ ਸੰਗਲਾ। ਸੰਗਲਾ ਸ਼ਬਦ ਆਇਆ ਸਨਿਹਾਲੀਜ਼ ਤੋਂ, ਜਿੱਥੇ ਸਨਿਹਾਲੀਜ਼ ਰਹਿੰਦੇ ਨੇ, ਜਿੱਥੇ ਤਾਮਿਲ ਰਹਿੰਦੇ ਨੇ। ਤਾਮਿਲ ਬਾਅਦ ਵਿੱਚ ਉੱਥੇ ਪਹੁੰਚਦੇ ਨੇ
ਪਹਿਲਾਂ ਸੀ ਉਹ ਬਹੁਤਾ ਇਲਾਕਾ ਸਨਿਹਾਲੀਜ਼ ਦਾ, ਜਿਸ ਕਰਕੇ ਉਸ ਦੀਪ ਦਾ ਨਾਮ ਪੈ ਗਿਆ ਸੰਗਲਾ ਦੀਪ। ਅਜੋਕੇ ਸਮੇਂ ਦੇ ਵਿੱਚ ਉਸ ਸਾਰੇ ਇਲਾਕੇ ਦਾ, ਜਿੱਥੇ ਤਾਮਿਲ ਵੀ ਰਹਿੰਦੇ ਨੇ, ਜਿੱਥੇ ਸਨਿਹਾਲੀਜ਼ ਵੀ ਰਹਿੰਦੇ ਨੇ, ਉਸ ਦਾ ਨਾਮ ਹੈ ਸ਼੍ਰੀਲੰਕਾ। ਕਦੀ ਸਿਲੋਨ ਵੀ ਹੁੰਦਾ ਸੀ, ਹੁਣ ਸ਼੍ਰੀਲੰਕਾ ਹੋ ਗਿਆ। ਚਲੋ, ਸਤਿਗੁਰੂ ਮਹਾਰਾਜ ਨਾ ਪੂਰਬ ਦੀ ਯਾਤਰਾ ਕਰਦਿਆਂ ਕਰਦਿਆਂ, ਪ੍ਰਚਾਰ ਕਰਦਿਆਂ ਕਰਦਿਆਂ ਦੱਖਣ ਵਾਲੇ ਪਾਸੇ ਜਿਸ ਵੇਲੇ ਗਏ ਨੇ, ਤੇ ਇੱਥੇ ਬੇੜੇ ਤੇ ਬੈਠ ਕੇ, ਹਾਂਜੀ, ਤੇ ਇਹਨਾਂ ਨੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮੁੰਦਰ ਨੂੰ ਪਾਰ ਕੀਤਾ। ਥੋੜ੍ਹੀ ਫਾਟ ਸੀ ਉਸ ਵੇਲੇ, ਸਮੁੰਦਰ ਨੂੰ ਪਾਰ ਕੀਤਾ, ਤੇ ਸਮੁੰਦਰ ਨੂੰ ਪਾਰ ਕਰਕੇ ਨਾਗਾਪਟਨਮ ਤੋਂ ਬੈਟੀਕੁਲਾ ਅੱਜ ਕੱਲ੍ਹ ਜਗ੍ਹਾ ਦਾ ਨਾਮ ਹੈ, ਜਿੱਥੇ ਸਤਿਗੁਰੂ ਮਹਾਰਾਜ ਪਹੁੰਚੇ। ਬੈਟੀਕੁਲਾ ਦਾ ਇਲਾਕਾ ਜਿਹੜਾ ਸੀ, ਉਦੋਂ ਇੱਕ ਵੱਡਾ ਤਕੜਾ ਜਗੀਰਦਾਰ, ਜਿਨ੍ਹਾਂ ਨੂੰ ਰਾਜਾ ਸੰਗਿਆ ਦਿੱਤੀ ਗਈ ਸੀ, ਜਿਸ ਦਾ ਨਾਮ ਸੀ ਸ਼ਿਵਨਾਭ। ਸ਼ਿਵਨਾਭ ਦੇ ਇਲਾਕੇ ਵਿੱਚ ਸਤਿਗੁਰੂ ਮਹਾਰਾਜ ਉਸ ਦੇ ਬਾਗ ਵਿੱਚ ਪਹੁੰਚਦੇ ਨੇ, ਪਹੁੰਚ ਕੇ ਡੇਰਾ ਕਰਦੇ ਨੇ। ਸੋ ਸੁਣੀ ਜਾਂਦੀ ਹੈ ਕਿ ਇੱਕ ਬੜੇ ਵੱਡੇ ਮਹਾਤਮਾ ਆਏ ਨੇ, ਮਹਾਂਪੁਰਸ਼ ਆਏ ਨੇ, ਭਾਰਤ ਦੇ ਉੱਤਰ ਵਾਲੇ ਪਾਸਿਓਂ, ਭਾਵ ਪੰਜਾਬ ਤੋਂ ਚੱਲ ਕੇ ਆਏ ਨੇ, ਔਰ ਉਹਨਾਂ ਦਾ ਨਾਮ ਨਾਨਕ ਹੈ। ਸ਼ਿਵਨਾਭ ਨੂੰ ਜਿਸ ਵੇਲੇ ਭਾਈ ਮਨਸੁਖ ਮਿਲੇ ਸਨ, ਭਾਈ ਮਨਸੁਖ ਜੀ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਹੋ ਕੇ ਉਹਨਾਂ ਨੇ ਚਾਹਿਆ ਸੀ ਕਿ ਜਿਨ੍ਹਾਂ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ, ਉਹਨਾਂ ਦੇ ਦਰਸ਼ਨ ਮੈਨੂੰ ਵੀ ਕਰਵਾਏ ਜਾਣ। ਭਾਈ ਮਨਸੁਖ ਜੀ ਨੇ ਆਖਿਆ, ਤੁਸੀਂ ਪਿਆਰ ਨਾਲ ਯਾਦ ਕਰੋ, ਉਹਨਾਂ ਦਾ ਨਾਮ ਕੀ ਹੈ? ਉਹਨਾਂ ਦਾ ਨਾਮ ਨਾਨਕ ਹੈ। ਯਾਦ ਕਰਨ ਲੱਗ ਪਏ। ਸਾਰੇ ਰਾਜ ਦੇ ਵਿੱਚ ਇਹ ਗੱਲ ਪਸਰ ਗਈ ਕਿ ਸ਼ਿਵਨਾਭ ਜੀ ਕਿਸੇ ਨਾਨਕ ਨਾਮ ਦੇ ਪੁਰਸ਼ ਨੂੰ ਯਾਦ ਕਰ ਰਹੇ ਨੇ। ਬੜੇ ਕਰਨੀ ਵਾਲੇ ਨੇ, ਬੜੇ ਮਹਾਂਪੁਰਸ਼ ਨੇ, ਹਾਂਜੀ, ਇਉਂ ਹੀ ਸ਼ਬਦ ਉਸ ਵੇਲੇ ਪ੍ਰਚਲਿਤ ਸਨ। ਹੁਣ ਜਿਸ ਵੇਲੇ ਇਹ ਗੱਲ ਦਾ ਪਤਾ ਲੱਗਾ ਕਿ ਸਾਡਾ ਰਾਜਾ ਕਿਸੇ ਨਾਨਕ ਦੇ ਨਾਮ ਦੇ ਮਹਾਂਪੁਰਸ਼ ਨੂੰ ਯਾਦ ਕਰ ਰਿਹਾ ਹੈ, ਤੇ ਫਿਰ ਕਿੰਨੇ ਸਾਰੇ ਨਾਨਕ ਬਣ ਕੇ ਆਉਣ ਲੱਗ ਪਏ। ਐਸਾ ਅਕਸਰ ਹੀ ਹੋਇਆ ਕਰਦਾ ਹੈ। ਹਰਿਦੁਆਰ ਸਤਿਗੁਰੂ ਮਹਾਰਾਜ, ਕੁਰੂਕਸ਼ੇਤਰ ਜਿਸ ਵੇਲੇ ਸਤਿਗੁਰੂ ਮਹਾਰਾਜ ਜਾਂਦੇ ਨੇ, ਤੇ ਅਸੀਂ ਅਕਸਰ ਹੀ ਪੜ੍ਹਦੇ ਹਾਂ ਕਿ ਉੱਥੇ ਇੱਕ ਪੰਡਤ ਨੇ ਆ ਕੇ ਸਤਿਗੁਰਾਂ ਦੇ ਨਾਲ ਬਹੁਤ ਵਿਚਾਰ ਕੀਤੀ। ਜਦੋਂ ਇਹ ਆਖਿਆ, ਪਹਿਲਾਂ ਮਾਸੂ ਜੰਮਿਆ ਮਾਸੇ ਅੰਦਰ ਵਾਸ, ਜੀ ਪਾਸ ਮਾਸ ਨੂੰ ਮਿਲਿਆ, ਹੱਡ ਚੰਮ ਤਨ ਮਾਸ ਇਤਿਆਦਿਕ। ਉਸ ਪੰਡਤ ਦਾ ਕੀ ਨਾਮ ਸੀ? ਜਨਮ ਸਾਖੀਆਂ ਵਾਲੇ ਪੁਰਾਤਨ ਜਾਂ ਹੋਰ ਸੱਜਣ ਕਹਿੰਦੇ ਨੇ ਉਸ ਦਾ ਨਾਮ ਸੀ ਨਾਨੂ। ਅਸਲ ਵਿੱਚ ਉਸ ਦਾ ਨਾਮ ਨਾਨੂ ਸੀ ਕਿ ਨਹੀਂ, ਸਾਡੇ ਖੋਜੀ ਸੱਜਣ ਕਹਿੰਦੇ ਨੇ ਉਸ ਦਾ ਨਾਮ ਵੀ ਨਾਨਕ ਸੀ ਰੱਖਿਆ ਹੋਇਆ। ਸਤਿਗੁਰਾਂ ਦੀ ਸ਼ੋਹਰਤ ਤੋਂ ਪ੍ਰਭਾਵਿਤ ਹੋ ਕੇ ਨਾ ਉਸਨੇ ਵੀ ਆਪਣਾ ਨਾਮ ਨਾਨਕ ਰੱਖਿਆ ਹੋਇਆ ਸੀ। ਲੇਕਿਨ ਅੱਜ ਉਹਨਾਂ ਨੂੰ ਅਸਲੀ ਨਾਨਕ ਦਾ ਸਾਹਮਣਾ ਕਰਨਾ ਪੈ ਗਿਆ, ਜਿੱਥੇ ਮਾਸ ਮਾਸ ਕਰ ਮੂਰਖ ਝਗੜੇ ਵਾਲਾ ਬਚਨ ਹੋਇਆ। ਇਸੇ ਤਰ੍ਹਾਂ ਸ਼੍ਰੀਲੰਕਾ ਦੇ ਵਿੱਚ ਹੋਇਆ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜਿਸ ਵੇਲੇ ਪਹੁੰਚੇ ਨੇ, ਤਾਂ ਸ਼ਿਵਨਾਭ ਨੇ ਆਖਿਆ, ਇਹ ਰੋਜ਼ ਰੋਜ਼ ਆਉਣ ਵਾਲੇ ਨਾਨਕ ਹੀ ਬਣ ਕੇ ਆਉਂਦੇ ਨੇ, ਇਹਨਾਂ ਦਾ ਹੱਲ ਕੀ ਕੀਤਾ ਜਾਵੇ। ਆਪਣੇ ਮਿਨਿਸਟਰ ਨੂੰ ਭੇਜਿਆ ਵੀ ਤੁਸੀਂ ਜਾਓ ਪਹਿਲਾਂ ਦੇਖੋ ਬਈ ਵਾਕਿਆ ਉਹੀ ਨਾਨਕ ਨੇ ਜਿਸ ਨਾਨਕ ਦੇ ਬਾਬਤ ਮੈਨੂੰ ਮਨਸੁਖ ਨੇ ਸੋਝੀ ਦਿੱਤੀ ਸੀ। ਪਹਿਲਾਂ ਮੰਤਰੀ ਆ ਕੇ ਮਿਲਿਆ, ਮਿਨਿਸਟਰ ਆ ਕੇ ਮਿਲਿਆ, ਨਮਸਕਾਰ ਕੀਤੀ, ਉਹ ਪ੍ਰਭਾਵਿਤ ਤਾਂ ਬਹੁਤ ਹੋਇਆ, ਪਰ ਉਸਨੇ ਆਖਿਆ, ਰਾਜਨ ਮੈਨੂੰ ਜਾਪਦਾ ਹੈ ਕਿ ਗੱਲ ਬਿਲਕੁਲ ਠੀਕ ਹੈ, ਇਹ ਉਹੀ ਨੇ, ਪਰ ਆਪਾਂ ਨੂੰ ਥੋੜ੍ਹਾ ਜਿਹਾ ਹੋਰ ਪਰਖ ਲੈਣਾ ਚਾਹੀਦਾ ਹੈ। ਹੁਣ ਪਰਖਣ ਦੇ ਵਾਸਤੇ ਉਹਨਾਂ ਨੇ ਇੱਕ ਚਾਲ ਚੱਲੀ। ਸਤਿਗੁਰੂ ਮਹਾਰਾਜ ਉਸ ਵੇਲੇ ਭਰ ਜਵਾਨੀ ਦੀ ਅਵਸਥਾ ਵਿੱਚ ਸਨ। ਇਉਂ ਅਸੀਂ ਕਹਿ ਲਈਏ ਕਿ ਸਤਿਗੁਰੂ ਮਹਾਰਾਜ ਉਸ ਵੇਲੇ 40 ਸਾਲ ਤੋਂ ਵੀ ਘੱਟ ਉਮਰ ਦੇ ਸਨ। 1469 ਦਾ ਸਾਹਿਬ ਜੀ ਦਾ ਜਨਮ, ਤੇ 1507, 8, 9 ਦੇ ਏੜ ਗੇੜ ਦੀ ਇਹ ਗੱਲ ਹੈ ਜਦੋਂ ਉੱਥੇ ਪਹੁੰਚਦੇ ਨੇ। 40 ਸਾਲ ਤੋਂ ਘੱਟ ਉਮਰ ਸੀ, ਪਰ ਜਵਾਨੀ ਦੀ ਅਵਸਥਾ ਸੀ। ਹੁਣ ਜਵਾਨੀ, ਜਵਾਨ ਸਾਧ ਨੂੰ ਪਰਖਣਾ ਹੈ ਤੇ ਕਿਵੇਂ ਪਰਖਿਆ ਜਾਵੇ? ਫਿਰ ਇਹ ਗੱਲ ਬਣਾ ਲਈ ਗਈ। ਕਿਸੇ ਅਤੀ ਸੁੰਦਰ ਇਸਤਰੀ ਨੂੰ ਰਾਤ ਦੇ ਸਮੇਂ ਜਦੋਂ ਸਤਿਗੁਰੂ ਮਹਾਰਾਜ
ਸ਼ਾਮ ਨੂੰ ਕਰਤਾਰ ਦੇ ਨਾਲ ਜੁੜੇ ਹੋਏ ਸਨ ਤੇ ਭੇਜ ਦਿੱਤਾ। ਉਹਨੂੰ ਆਖਿਆ ਇਹ ਪਦਮਨੀ ਹੈ, ਤੇ ਪਦਮਨੀ ਆਖਿਆ ਬੜੀ ਸੁੰਦਰ ਇਸਤਰੀ। ਉਸਨੇ ਅਨੇਕ ਤਰ੍ਹਾਂ ਕਰਕੇ ਭਰਮਾਉਣ ਦਾ ਯਤਨ ਕੀਤਾ, ਲੇਕਿਨ ਸਮਾਂ ਆਇਆ, ਸਤਿਗੁਰਾਂ ਨੇ ਉਹਨੂੰ ਆਖਿਆ ਮੇਰੀ ਧੀਏ, ਇੱਥੇ ਸਾਖੀਕਾਰ ਐਂ ਲਿਖਦੇ ਨੇ, ਮੇਰੀ ਧੀਏ ਗਾਛੋ ਪੁੱਤਰੀ, ਹੇ ਪੁੱਤਰੀ ਤੂੰ ਜਾ, ਰਾਜਕੁਮਾਰ ਰਾਜਕੁਮਾਰੀਏ। ਇਹ ਸਮਾਂ ਨਾ ਆਪ ਵਿਕਾਰੀ ਹੋਣ ਦਾ ਸਮਾਂ ਹੈ, ਨਾ ਦੂਜੇ ਨੂੰ ਥੜਕਾਉਣ ਦਾ ਸਮਾਂ ਹੈ। ਇਹ ਸਮਾਂ ਹੈ ਸਾਵਧਾਨ ਹੋ ਕੇ ਨਾਮ ਭਣੋ ਸੱਚ ਦੋਤ ਸਵਾਰ। ਇਹ ਸਮਾਂ ਇਸ ਗੱਲ ਦਾ ਹੈ। ਪ੍ਰਭਾਤ ਹੋ ਗਈ ਹੈ ਤੇ ਉਸ ਦੇ ਨਾਲ ਕਰਤਾਰ ਦੇ ਨਾਲ ਜੁੜਨ ਦਾ ਸਮਾਂ ਹੈ। ਤੂੰ ਵੀ ਜੁੜ ਤੇ ਸਾਨੂੰ ਵੀ ਜੁੜਨ ਦੇ। ਵਾਹਿਗੁਰੂ। ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਕਿਤਨੇ ਬੁਲੰਦ ਜੀਵਨ ਵਾਲੇ ਸਨ, ਕਿਤਨੇ ਬੁਲੰਦ ਆਚਾਰ ਵਾਲੇ ਸਨ। ਸਾਡੇ ਸਿੱਖਾਂ ਸਭਨਾਂ ਦੇ ਵਾਸਤੇ ਨਾ ਇੱਕ ਰੋਸ਼ਨ ਮੁਨਾਰਾ ਹੈ। ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ, ਬਲਿਓ ਚਰਾਗ ਅੰਧਿਆਰ ਮੈਂ। ਲੋਕ ਜਦੋਂ ਸਧਾਰਨ ਹੀ ਫਿਸਲ ਜਾਂਦੇ ਨੇ, ਸਧਾਰਨ ਤੌਰ ਤੇ ਹੀ ਫਿਸਲ ਜਾਂਦੇ ਨੇ, ਸਤਿਗੁਰਾਂ ਦੀ ਉਚੇਚੇ ਤੌਰ ਤੇ ਹਾਂਜੀ ਤਿਆਰੀਆਂ ਜੀਆਂ ਕਰਕੇ ਇਹ ਸਾਰਾ ਕੁਝ ਦੇਖਿਆ ਜਾਂਦਾ ਹੈ, ਪਰਖਿਆ ਜਾਂਦਾ ਹੈ। ਹੁਣ ਅਸੀਂ ਅੰਦਾਜ਼ਾ ਕਰ ਸਕਦੇ ਹਾਂ, ਰਾਤ ਦਾ ਸਮਾਂ ਹੈ, ਬਾਗ ਦੇ ਵਿੱਚ ਹੋਰ ਕੋਈ ਹੈ ਨਹੀਂ, ਕੇਵਲ ਇੱਕ ਇਸਤਰੀ ਹੈ ਆਈ ਹੋਈ। ਮੈਂ ਕਹਾਂਗਾ ਪਰਮੇਸ਼ਰ ਕਿਰਪਾ ਕਰੇ, ਕਰਤਾਰ ਕਿਰਪਾ ਕਰੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਫਿਰ ਸਿੱਖ ਬਿਰਤੀਆਂ ਅਡੋਲ ਰਹਿੰਦੀਆਂ ਨੇ, ਫਿਰ ਸਿੱਖ ਜੀਵਨ ਅਡੋਲ ਰਹਿੰਦਾ ਹੈ। ਉਸ ਬੀਬੀ ਨੇ ਜਾ ਕੇ ਸ਼ਿਵਨਾਭ ਨੂੰ ਦੱਸਿਆ ਇਹ ਪੂਰਨ ਮਹਾਤਮਾ ਹੈ। ਮੈਂ ਉਸ ਨੂੰ ਕੀ ਡੋਲਣਾ ਸੀ, ਮੈਨੂੰ ਡੋਲਦੀ ਨੂੰ ਉਹਨਾਂ ਨੇ ਟਿਕਾ ਦਿੱਤਾ ਹੈ। ਮੈਂ ਉਹਨਾਂ ਨੂੰ ਕੀ ਡਲਾਉਣਾ ਸੀ। ਬਸ ਮੇਰਾ ਜੋ ਜੀਵਨ ਪਿੱਛੇ ਬੀਤ ਗਿਆ, ਅੱਜ ਤੋਂ ਲੈ ਕੇ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਚਨ ਕਰਦੇ ਨੇ, ਮੈਂ ਉਹਨਾਂ ਦੀ ਆਗਿਆ ਦੇ ਅਨੁਸਾਰ ਚੱਲਾਂਗੀ। ਸ਼ਿਵਨਾਭ ਫਿਰ ਹੋਰ ਅਨੇਕਾਂ ਗੱਲਾਂ ਬਾਤਾਂ ਬਚਨ ਵਿਲਾਸ ਹੋਏ। ਸ਼ਿਵਨਾਭ ਰਾਜਾ ਬਣਿਆ। ਫਿਰ ਸਤਿਗੁਰੂ ਮਹਾਰਾਜ ਇੱਥੋਂ ਅੱਗੇ ਚੱਲਦੇ ਨੇ। ਧਰਮਾਂ ਪਰਮਾ ਬਾਹੂ ਉਸ ਵੇਲੇ ਦਾ ਰਾਜਾ ਸੀ, ਜਿਹੜਾ ਦਾਅਵਾ ਕਰਦਾ ਸੀ ਕਿ ਮੈਂ ਵੱਡਾ ਰਾਜਾ ਹਾਂ। ਉਸ ਨੂੰ ਜਾ ਕੇ ਮਿਲੇ, ਫਿਰ ਇਹਨਾਂ ਦੀ ਆਪਸ ਵਿੱਚ ਸੁਲ੍ਹਾ ਸਫਾਈ ਕਰਵਾਈ। ਫਿਰ ਉੱਥੇ ਕੁਝ ਸਮਾਂ ਠਹਿਰਨ ਤੋਂ ਬਾਅਦ ਸਤਨਾਮ ਦਾ ਉਪਦੇਸ਼ ਦਿੰਦਿਆਂ ਹੋਇਆਂ ਸਤਿਗੁਰੂ ਮਹਾਰਾਜ ਵਾਪਸ ਆਏ ਨੇ। ਲੇਕਿਨ ਧਿਆਨ ਰੱਖਣਾ, ਇਹ ਅੱਜ ਦਾ ਉਪਦੇਸ਼ ਕਿਸੇ ਉਸੇ ਪਦਮਣੀ ਦੇ ਵਾਸਤੇ ਨਹੀਂ ਹੈ, ਇਹ ਸਾਡੀਆਂ ਸਭਨਾਂ ਪਦਮਣੀ ਧੀਆਂ ਦੇ ਵਾਸਤੇ ਹੈ। ਇਹ ਕੇਵਲ ਪਦਮਣੀ ਇਸਤਰੀਆਂ ਦੇ ਵਾਸਤੇ ਹੀ ਨਹੀਂ ਹੈ, ਇਹ ਹਰ ਮਨੁੱਖ ਮਾਤਰ ਦੇ ਵਾਸਤੇ ਹੈ। ਪ੍ਰਭਾਤ ਹੋਈ ਹੈ, ਅੰਮ੍ਰਿਤ ਵੇਲਾ ਹੋਇਆ ਹੈ, ਧਿਆਨ ਇਧਰੋਂ ਉਧਰੋਂ ਹਟਾਓ ਤੇ ਕਰਤਾਰ ਦੇ ਨਾਲ ਜੁੜੋ। ਪ੍ਰੇਸੇਵੋ ਪ੍ਰਭ ਪ੍ਰੇਮੀ ਆਧਾਰ, ਕਰਤਾਰ ਨਾਲ ਜੁੜੋ ਪਿਆਰ ਨਾਲ। ਗੁਰ ਸ਼ਬਦੀ ਬਿਖਤਿਆਸ ਨਿਵਾਰ, ਤੇ ਗੁਰੂ ਉਪਦੇਸ਼ ਦਾ ਚਿੰਤਨ ਕਰਦਿਆਂ ਹੋਇਆਂ ਆਪਣੀ ਤ੍ਰੇ ਨੂੰ, ਆਪਣੀ ਪਿਆਸ ਨੂੰ ਦੂਰ ਕਰੋ। ਕਾਹਦੀ ਤ੍ਰੇ ਹੈ? ਵਿਕਾਰਾਂ ਦੀ ਤ੍ਰੇ। ਕਾਹਦੀ ਪਿਆਸ ਹੈ? ਆਪਣੇ ਵਿਕਾਰਾਂ ਦੀ ਪਿਆਸ। ਮਾਣਯੋਗ ਭਾਈ ਸਾਹਿਬ ਜੀ ਹੋਰੀ, ਭਾਈ ਨੰਦ ਲਾਲ ਸਾਹਿਬ ਜਦੋਂ ਆਖਦੇ ਨੇ, ਸਾਹਿਬੇਦਾਰੀ ਅਸਤ ਜ਼ਿੰਦਗੀ ਇਹ ਸਾਹਿਬਾਨ ਸ਼ੌਕ। ਮੈਂ ਦੇਖਿਆ ਗੋਇਆ ਹਰਾਮ ਕਰਦਮ ਅਜ਼ ਆਇੰਦਾ ख्वाब ਸੁਬਹ। ਇਸ ਕਰਕੇ ਮੈਂ ਐਵੇਂ ਕੀਤਾ। ਕੀ ਵੇਖਿਆ, ਕੀ ਜਾਣਿਆ, ਕੀ ਕੀਤਾ? ਕਹਿੰਦੇ ਨੇ ਮੈਂ ਸਤਿਗੁਰਾਂ ਦਾ ਸਿੱਖ ਬਣ ਕੇ ਇਹ ਗੱਲ ਜਾਣੀ, ਜਿਹੜੇ ਬੰਦੇ ਕਰਤਾਰ ਨਾਲ ਜੁੜਨਾ ਚਾਹੁੰਦੇ ਨੇ, ਆਪਣੇ ਜੀਵਨ ਨੂੰ ਟਿਕਾ ਕੇ ਰੱਖਣਾ ਚਾਹੁੰਦੇ ਨੇ, ਬੇਦਾਰੀ ਅਸਤ ਸਾਵਧਾਨ ਰਹਿੰਦੇ ਨੇ। ਉਹ ਸਾਵਧਾਨ ਜਿਹੜੀ ਸਭ ਤੋਂ ਪਹਿਲੀ ਬਾਤ ਹੈ। ਜ਼ਿੰਦਗੀ ਸਾਹਿਬਾਨ ਸ਼ੌਕ, ਕਹਿਣ ਲੱਗੇ ਰੱਬ ਨਾਲ ਪਿਆਰ ਕਰਨ ਵਾਲੇ ਇਵੇਂ ਚੱਲਦੇ ਨੇ। ਔਰ ਨੰਦ ਲਾਲ ਨੇ ਗੋਇਆ ਹਰਾਮ ਕਰਦਮ, ਇਹ ਤਿਆਗ ਦਿੱਤਾ ਹੈ ਕਿ
ਅਜ਼ ਆਇੰਦਾ ख्वाब ए सुबह, दिन वेले भी सुपने लेंदे रहना। हुण इहदे दूरे अर्थ ने। अर्थ है दिन वेले सुपना लेना। काहदा सुपना लेना? अपने विकारां दी पूर्ति का सुपना लेना। काहदा सुपना लेना? कि भाव प्रभाते ना जागना, अमृत वेले ना जागना, ते दिन वेले भी घुराड़े मारते रहना। सतगुरां ने जिवें तोरिया, गुरु के सिख तुरदे ने। मोहन मोह लिया मन मोहे, करतार ने मैनू मोह लिया है। गुर का शब्द पछाना तोहे। हे वाहिगुरू जी, मैं किवें जाणिया? गुर का शब्द सतगुरां दी सिक्ख्या दे अनुसार। नानक ठाडे चाहे प्रभु द्वार। असीं हे प्रभु जी, वाहिगुरू जी, तुहाडे दर ते खड़ोते हाँ। तुहाडे दर ते खड़ोते, ठाडे खड़ोते हाँ। तेरे नाम संतोखे किरपा धार। तुसीं किरपा करो, सानू अपने नाम दी दात बख्शो, तां कि साडे जीवन विच संतोख आ जावे। संतोख आ जावे लोभ पक्ष तो, संतोख आ जावे मोह पक्ष तो, संतोख आ जावे लोभ पक्ष तो, संतोख आ जावे हंकारी बिरतियां तो, संतोख आ जावे क्रोध अते काम दे पक्ष तो। सानू संतोख आ जावे। निमरता नाल बेनती करिए ते आखिए सारे, काम क्रोध लोभ झूठ निंदा ये डाढे भैड़े ने। बिख बज्जर भार ने, बिख बज्जर भार, जिन्हां दे दबाव थले साडी आत्मक मौत हो जाती है। ते सतगुरु कहते ने मनुख बच सकते ने जे सुचेत रहन ते करतार दा सिर ते मेहर दा हथ होवे। तां ते अरदास करो, काम क्रोध लोभ झूठ निंदा इनते आप छड़ावो। इनते आप छड़ावो, इनते एह भीतर ते इनको डार हो। एह भीतर ते इनको डार हो। एह भीतर ते अपन निकट बुलावो। अपन निकट बुलावो। अपन निकट बुलावो। काम क्रोध लोभ झूठ निंदा इनते आप छुड़ावो। सारे बेनती करिए सतगुरु पातशाह महाराज किरपा करन, गुरु परमेश्वर जी किरपा करन, साडे सबना दा जीवन खूबसूरत हो जाए। जीवन असी बाहर खूबसूरतियां ना अपने आप दियां बनाइए, ना आप डोलीए, ना दूजियां नूं डुलाइए। अरदास करिए सतगुरु महाराज सानू गुणा करके खूबसूरत बना देन, ताकि असी सारे समाज नूं खूबसूरत बना सकीए, सारे संसार नूं खूबसूरत बना सकीए, ते सतगुरु गुरु नानक देव पातशाह महाराज दी खुशियां प्राप्त कर सकीए। भुल्लां दी खिमा बख्शियो जे। प्रबंध दा मैं फिर एक बार धन्नवाद करदा, जिन्हां दी किरपा दे सदका आप सबना दे दर्शन करन दा सुभाग प्राप्त होया। और गुरु साहब सच्चे पातशाह जी के चरणों में जुड़े हुए गुरु रूप समूह सतसंगियां का हार्दिक तौर पर धन्नवाद। ये टैलीविजन वाले सज्जनों का धन्नवाद, जेड़े गुरमत का सुनेहा प्रदेशों के भी दूर दुराडे तक पहुँचाते हैं। नानक नाम चढ़दी कला तेरे पाने, सरबत दा भला। वाहिगुरू जी का खालसा, वाहिगुरू जी की फतेह।